ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਹਾਜ਼ਰ ਹਾਂ ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਵਿੱਚ। ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਆਪਸੀ ਨੇਤਾਵਾਂ ਦੇ ਵਿੱਚ ਇੱਕ ਖਾਨਾਜ਼ੰਗੀ ਦਾ ਮਾਹੌਲ ਹੈ। ਆਪਸੀ ਖੇਮੇਬਾਜ਼ੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਸਿਆਸੀ ਨੁਕਸਾਨ ਪਹੁੰਚਾਏ ਜਾਣ ਦੀਆਂ ਕੋਸ਼ਿਸ਼ਾਂ ਨੇ। ਲੇਕਿਨ ਅੱਜ ਦੇ ਇਸ ਵੀਡੀਓ ਦੇ ਵਿੱਚ ਇਸ ਸਿਆਸਤ ਬਾਰੇ ਗੱਲ ਨਹੀਂ ਕਰਾਂਗੇ, ਬਲਕਿ ਇਸ ਹੋ ਰਹੀ ਸਿਆਸਤ ਜਾਂ ਕਾਂਗਰਸ ਦੇ ਆਪਣੇ ਵਿਧਾਇਕਾਂ ਸਾਂਸਦਾਂ ਜਾਂ ਖਾਸ ਕਰ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਮੋਰਚਾ ਕੈਪਟਨ ਅਮਰਿੰਦਰ ਹੋਣਾ ਦੇ ਖਿਲਾਫ ਖੋਲ੍ਹਿਆ ਗਿਆ ਹੈ, ਉਸ ਦੀ ਸਾਈਡਲਾਈਟਸ ਤੇ ਇੱਕ ਜਿਹੜੀ ਘਟਨਾਕ੍ਰਮ ਜੋ ਕਿ ਚਰਚਾਵਾਂ ਵਿੱਚ ਰਿਹਾ, ਉਸ ਤੋਂ ਇੱਕ ਵੱਡੀ ਘਟਨਾ ਦੇ ਨਾਲ ਇਸ ਪੂਰੇ ਕਿੱਸੇ ਨੂੰ ਜੋੜਾਂਗੇ। ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚੰਨੀ ਹੋਣਾ ਦੀ। ਜੀ ਹਾਂ, ਚੰਨੀ ਹੋਣਾ ਦੇ ਨਾਲ ਜੁੜਿਆ ਹੋਇਆ ਇੱਕ ਐਸਾ ਮਾਮਲਾ, ਇੱਕ ਕਥਿਤ ਮਾਮਲਾ ਜਿਸ ਦੇ ਵਿੱਚ ਕਿ ਇੱਕ ਮਹਿਲਾ ਅਫਸਰ ਦੇ ਨਾਲ ਕੋਈ ਛੇੜਛਾੜ ਦੀ ਗੱਲਬਾਤ ਜਾਂ ਘਟਨਾਕ੍ਰਮ ਜਾਂ ਇਸ ਕਿਸਮ ਦੇ ਦੂਸ਼ਣ ਕਿਸੇ ਸਮੇਂ ਮੰਤਰੀ ਸਾਹਿਬ ਤੇ ਲੱਗੇ ਸਨ। ਲੇਕਿਨ ਉਸ ਮਾਮਲੇ ਤੋਂ ਬਾਅਦ ਮਹਿਲਾ ਜਿਹੜੀ ਅਫਸਰ ਸੀ ਉਸਨੇ ਕੋਈ ਜ਼ਿਆਦਾ ਸ਼ਿਕਾਇਤ ਇਸ ਮੁੱਦੇ ਤੇ ਨਹੀਂ ਕੀਤੀ, ਇਸ ਮਾਮਲੇ ਨੂੰ ਜ਼ਿਆਦਾ ਅੱਗੇ ਤੱਕ ਉਹ ਨਹੀਂ ਲਗਾਈ। ਲੇਕਿਨ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸਿਆਸੀ ਧੜੇਬਾਜ਼ੀ ਇਸ ਵਕਤ ਪੰਜਾਬ ਕਾਂਗਰਸ ਦੇ ਵਿੱਚ ਵੇਖੀ ਜਾ ਰਹੀ ਹੈ, ਸੋ ਇੱਕ ਮੀਟੂ ਦਾ ਮਾਮਲਾ ਜੋ ਕਿ ਇੱਕ ਮਹਿਲਾ ਅਫਸਰ ਦੇ ਨਾਲ ਕਥਿਤ ਛੇੜਛਾੜ ਦਾ ਮਾਮਲਾ ਹੈ, ਜਿਸ ਉੱਤੇ ਸ਼ਿਕਾਇਤ ਉਸ ਮਹਿਲਾ ਅਫਸਰ ਵੱਲੋਂ ਨਹੀਂ ਕੀਤੀ ਗਈ ਹੈ। ਹਾਲਾਂਕਿ ਉਸਨੇ ਇਸ ਮੁੱਦੇ ਨੂੰ ਕਦੇ ਟੇਕ ਅਪ ਜ਼ਰੂਰ ਕੀਤਾ ਹੋ ਸਕਦਾ ਹੈ, ਲੇਕਿਨ ਕਿਉਂਕਿ ਇਹ ਮਾਮਲੇ ਨੂੰ ਉਸਨੇ ਅੱਗੇ ਪਰਸੂ ਨਹੀਂ ਕੀਤਾ, ਉਸ ਹਾਲਾਤ ਦੇ ਵਿੱਚ ਸ਼ਾਇਦ ਇਹ ਮਾਮਲਾ ਦਬ ਕੇ ਰਹਿ ਗਿਆ। ਤੇ ਹੁਣ ਜਦੋਂ ਸਿਆਸੀ ਮੁਫਾਦਾਂ ਦੇ ਚੱਲਦਿਆਂ ਚਰਨਜੀਤ ਚੰਨੀ ਹੋਣਾ ਤੇ ਸਿਆਸੀ ਵਿਰੋਧੀਆਂ ਨੂੰ ਜਦੋਂ ਹੁਣ ਉਸ ਪੁਰਾਣੇ ਮੀਟੂ ਦੇ ਮਾਮਲੇ ਨੂੰ ਸਿਆਸੀ ਵਸਤੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਮਹਿਸੂਸ ਹੋ ਰਹੀ ਹੈ, ਉਸ ਵਕਤ ਸ਼ਾਇਦ ਇਸ ਦੀਆਂ ਚਰਚਾਵਾਂ ਹੋਈਆਂ ਨੇ। ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਦੇਣ ਲਈ ਪੰਜਾਬ ਮਹਿਲਾ ਆਯੋਗ ਦੀ ਚੇਅਰਮੈਨ ਜੋ ਕਿ ਹੱਥ ਠੋਕੀ ਜਾਂ ਫਿਰ ਇਹ ਕਹਿ ਲਈਏ ਵੀ ਸੱਤਾਧਾਰੀ ਪਾਰਟੀ ਵੱਲੋਂ ਹੀ ਥਾਪੀ ਗਈ ਹੈ, ਉਸਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਚੰਗਾ ਖਾਸਾ ਡਰਾਮਾ ਕੀਤਾ ਤੇ ਇਹ ਕਿਹਾ ਵੀ ਅਫਸਰਾਂ ਦਾ ਉਹਦੇ ਉੱਤੇ ਕਾਫੀ ਜ਼ਿਆਦਾ ਦਬਾਅ ਹੈ ਤੇ ਇਸ ਮਾਮਲੇ ਦੇ ਵਿੱਚ ਸਰਕਾਰ ਆਪਣੀ ਐਕਸ਼ਨ ਟੇਕਨ ਰਿਪੋਰਟ ਉਸ ਨੂੰ ਦੇਵੇ, ਕਿਉਂਕਿ ਇਸ ਮਾਮਲੇ ਵਿੱਚ ਉਹਦੇ ਇਸ ਮਾਮਲੇ ਨੂੰ ਸਰਕਾਰ ਨਾਲ ਟੇਕ ਅਪ ਕੀਤਾ ਹੋਇਆ ਹੈ। ਜੇ ਸਰਕਾਰ ਕੁਝ ਨਹੀਂ ਕਰਦੀ ਤਾਂ ਇਹ ਮਹਿਲਾ ਆਯੋਗ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਭੁੱਖ ਹੜਤਾਲ ਕਰੇਗੀ। ਇਹ ਕਾਫੀ ਲੰਬੀ ਚੌੜੀ ਡਰਾਮੇਬਾਜ਼ੀ ਮਹਿਲਾ ਆਯੋਗ ਦੀ ਚੇਅਰਮੈਨ ਨੇ ਕੀਤੀ। ਇਹ ਸਾਰੀਆਂ ਗੱਲਾਂ ਮੈਨੂੰ ਬਹੁਤ ਹਾਸੋਹੀਣੀਆਂ ਲੱਗਦੀਆਂ ਨੇ ਤੇ ਬਹੁਤ ਛੋਟੀਆਂ ਲੱਗਦੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਮੀਟੂ ਦੀ ਮੂਵਮੈਂਟ ਕਦੇ ਸ਼ੁਰੂ ਹੋਈ ਸੀ, ਜਾਂ ਇੱਕ ਮਾਮਲਾ ਜਿਹੜਾ ਸੀ ਜੋ ਕਿ ਪੰਜਾਬ ਜਾਂ ਦੇਸ਼ ਦਾ ਇਸ ਵਕਤ ਦਾ ਸਭ ਤੋਂ ਅਹਿਮ ਮਾਮਲਾ ਹੈ, ਜਿਸਨੇ ਕਿ ਮਹਿਲਾਵਾਂ ਦੇ ਨਾਲ ਉਹਨਾਂ ਦੇ ਕੰਮਕਾਜ ਦੇ ਸਮੇਂ ਜਾਂ ਉਹਨਾਂ ਦੇ ਵਰਕ ਸਪੇਸ ਦੇ ਵਿੱਚ ਜਾਂ ਕਿਸੇ ਐਸੇ ਮਾਹੌਲ ਦੇ ਵਿੱਚ ਉਹਨਾਂ ਦੇ ਅਫਸਰਾਂ ਜਾਂ ਕੁਝ ਸੁਪੀਰੀਅਰਸ ਵੱਲੋਂ ਕੀਤੀ ਗਈ ਛੇੜਛਾੜ ਉੱਤੇ ਇੱਕ ਲੈਂਡਮਾਰਕ ਜੱਜਮੈਂਟ ਦਿੱਤੀ ਸੀ, ਤਾਂ ਉਹ ਪੰਜਾਬ ਦੇ ਵਿੱਚੋਂ ਹੀ ਉਸ ਦਾ ਆਧਾਰ ਬਣਿਆ ਸੀ, ਪੰਜਾਬ ਦੇ ਵਿੱਚ ਹੀ ਉਹ ਘਟਨਾ ਹੋਈ ਸੀ। ਮੈਂ ਇੱਕ ਐਸੇ ਮਾਮਲੇ ਦੀ ਗੱਲ ਕਰ ਰਿਹਾ ਜੋ ਕਿ 33 ਸਾਲ ਪਹਿਲਾਂ ਘਟਿਆ ਸੀ, ਜਿਸ ਨੇ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਦੇਸ਼ ਦੇ ਵਿੱਚ ਮੀਟੂ ਵਰਗੀ ਹੀ ਮਹਿਲਾਵਾਂ ਦੇ ਨਾਲ ਹੋ ਰਹੀ ਛੇੜਛਾੜ ਜਾਂ ਉਹਨਾਂ ਦੀ ਅਜ਼ਮਤ ਦੇ ਨਾਲ ਜਿਹੜੀ ਖਿਲਵਾੜ ਜਾਂ ਛੇੜਛਾੜ ਜਾਂ ਉਸ ਦੀ ਜਿਹੜੀ ਬੇਇੱਜ਼ਤੀ ਕੀਤੇ ਜਾਣ ਦੀ ਇੱਕ ਕਵਾਇਦ ਹੈ ਜਾਂ ਉਸ ਦੀ ਇੱਕ ਹਿਮਾਕਤ ਜਿਹੜੇ ਅਫਸਰ ਕਰਦੇ ਨੇ, ਉਹਨਾਂ ਦੇ ਖਿਲਾਫ ਨਾ ਸਿਰਫ ਸ਼ਿਕੰਜਾ ਕੱਸਿਆ ਬਲਕਿ ਇੱਕ ਲੈਂਡਮਾਰਕ ਜੱਜਮੈਂਟ ਜੋ ਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਤੱਕ ਉਸ ਨੂੰ ਅਪਹੋਲਡ ਕੀਤਾ ਗਿਆ, ਉਸ ਨੂੰ ਸਹੀ ਮੰਨਿਆ ਗਿਆ, ਉਸ ਦਾ ਵੀ ਇੱਕ ਬੇਸ ਪੰਜਾਬ ਦੇ ਵਿੱਚੋਂ ਉਭਾਰਿਆ। ਇਹ ਉਹ ਮਾਮਲਾ ਸੀ ਜੋ ਘਟਨਾ ਚੰਡੀਗੜ੍ਹ ਦੇ ਵਿੱਚ ਹੋਈ ਸੀ ਤੇ ਇਸ ਘਟਨਾ ਦੇ ਕੇਂਦਰ ਤੇ ਪੰਜਾਬ ਦੇ ਦੋ ਸੀਨੀਅਰ ਮੋਸਟ ਅਫਸਰ ਸਨ। ਯਾਨੀ ਕਿ ਇੱਕ ਪਾਸੇ ਤਾਂ ਪੰਜਾਬ ਦੇ ਸੁਪਰ ਕੌਪ ਜਿਨ੍ਹਾਂ ਨੂੰ ਕਿ ਕਈ ਲੋਕ ਬੂਚੜ ਦੇ ਨਾਂ ਨਾਲੋਂ ਜਾਣਦੇ ਨੇ, ਕੁਝ ਲੋਕ ਇਹਨਾਂ ਨੂੰ ਮਸੀਹਾ ਦੇ ਨਾਮ ਵਜੋਂ ਜਾਣਦੇ ਨੇ। KPS ਗਿੱਲ ਉਹ ਅਫਸਰ ਜਿਨ੍ਹਾਂ ਨੇ ਕਿ ਉਸ ਮਹਿਲਾ ਦੇ ਨਾਲ ਛੇੜਛਾੜ ਕੀਤੀ ਜਿਸ ਦਾ ਨਾਂ ਸੀ ਰੂਪਨ ਦਿਓਲ ਬਜਾਜ। ਰੂਪਨ ਦਿਓਲ ਬਜਾਜ ਉਸ ਸਮੇਂ ਸਪੈਸ਼ਲ ਸੈਕਟਰੀ ਯਾਨੀ ਕਿ ਵਿਸ਼ੇਸ਼ ਸਕੱਤਰ ਫਾਈਨਾਂਸ ਸਨ ਤੇ ਚੰਡੀਗੜ੍ਹ ਦੇ ਵਿੱਚ ਹੀ ਉਹ ਸਿਵਲ ਸਕੱਤਰੇਤ ਦੇ ਵਿੱਚ ਤੈਨਾਤ ਸਨ। ਉਹਨਾਂ ਦੇ ਨਾਲ ਉਹਨਾਂ ਦੇ ਪਤੀ BR ਬਜਾਜ ਵੀ ਸੀਨੀਅਰ ਲੈਵਲ ਦੇ ਸੈਕਟਰੀ ਸਨ। ਦੋਵੇਂ ਬਹੁਤ ਹੀ ਸੀਨੀਅਰ ਪੰਜਾਬ ਦੇ IAS ਅਫਸਰ ਹੋਏ ਹੈਗੇ ਨੇ ਤੇ KPS ਗਿੱਲ ਉਸ ਵਕਤ ਪੰਜਾਬ ਦੇ DGP ਸੀ। ਉਸ ਵਕਤ ਜੂਲੀਓ ਰਿਬੇਰੋ ਐਡਵਾਈਜ਼ਰ ਟੂ ਦ ਗਵਰਨਰ ਸੀ ਤੇ ਪੰਜਾਬ ਦੇ ਰਾਜਪਾਲ ਤੱਕ ਇਸ ਮਾਮਲੇ ਦੀ ਗੂੰਜ ਉੱਠੀ ਸੀ। ਇਹ ਪੂਰਾ ਮਾਮਲਾ ਕੀ ਸੀ, ਇਸ ਨਾਲ ਤੁਹਾਨੂੰ ਜਾਣੂ ਕਰਾਉਣਾ ਇਸ ਵਾਸਤੇ ਵੀ ਜ਼ਰੂਰੀ ਹੈ, ਕਿਉਂਕਿ ਆਪਣੇ ਕੰਮਕਾਜ ਦੇ ਸਮੇਂ ਬਹੁਤ ਮਹਿਲਾਵਾਂ ਦੇ ਨਾਲ ਜਿਹੜੀ ਛੇੜਛਾੜ ਹੁੰਦੀ ਹੈ, ਹੋ ਸਕਦੀ ਹੈ, ਹੁੰਦੀ ਆਈ ਹੈ, ਉਸ ਨੂੰ ਬੀਤੇ ਕੁਝ ਸਾਲਾਂ ਦੇ ਵਿੱਚ ਬਹੁਤ ਹੀ ਵਿਸ਼ੇਸ਼ਤਾ ਮਿਲੀ ਹੈ, ਉਸ ਨੂੰ ਬਹੁਤ ਹੀ ਤਰਜੀਹ ਮਿਲੀ ਹੈ ਤੇ ਕੇਂਦਰ ਸਰਕਾਰ ਜਾਂ ਸੁਪਰੀਮ ਕੋਰਟ ਦੀ ਗਾਈਡਲਾਈਨਾਂ ਦਾ ਸਦਕਾ ਬਹੁਤ ਹੀ ਸਖਤ ਕਾਨੂੰਨ ਵੀ ਬਣੇ ਨੇ ਜੋ ਕਿ ਬਹੁਤ ਹੀ ਸੈਂਸਿਟਿਵ ਲੈਵਲ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ। ਲੇਕਿਨ ਅਸੀਂ ਉਹਨਾਂ ਸਮਿਆਂ ਦੀ ਗੱਲ ਕਰ ਰਹੇ ਹਾਂ ਜਦੋਂ ਪੰਜਾਬ ਦੇ ਵਿੱਚ ਵੱਖਵਾਦ ਤੇ ਖੜਕੂਵਾਦ ਸਿਖਰ ਤੇ ਸੀ ਤੇ ਉਸ ਵਕਤ KPS ਗਿੱਲ ਨੂੰ ਇੱਕ ਮਸੀਹਾ ਦੇ ਤੌਰ ਤੇ ਵੀ ਵੇਖਿਆ ਜਾਣ ਲੱਗਾ ਸੀ। ਸੋ ਮਚ ਸੋ ਵੀ ਉਹਨਾਂ ਦੇ ਸੀਨੀਅਰ ਤੇ ਪੰਜਾਬ ਦੇ ਰਾਜਪਾਲ ਦੇ ਜਿਹੜੇ ਐਡਵਾਈਜ਼ਰ ਸਨ ਜੂਲੀਓ ਰਿਬੇਰੋ, ਉਹ ਵੀ ਆਪਰੇਸ਼ਨ ਬਲੈਕ ਥੰਡਰ ਦੇ ਵਿੱਚ KPS ਗਿੱਲ ਦੇ ਆਖੇ ਸਾਈਟ ਤੇ ਯਾਨੀ ਕਿ ਆਪਰੇਸ਼ਨ ਬਲੈਕ ਥੰਡਰ ਦੀ ਸਾਈਟ ਤੇ ਸਿਰਫ ਇਸ ਵਾਸਤੇ ਨਹੀਂ ਗਏ ਤਾਂ ਕਿ KPS ਗਿੱਲ ਨੂੰ ਇਸ ਦਾ ਬਣਦਾ ਕ੍ਰੈਡਿਟ ਮਿਲੇ ਤੇ ਹੋਰ ਕੋਈ ਵੀ ਅਫਸਰ ਇਸ ਆਪਰੇਸ਼ਨ ਦਾ ਕ੍ਰੈਡਿਟ ਨਾ ਲੈ ਸਕੇ।
ਸੋ ਉਸ ਹਾਲਾਤ ਦੇ ਵਿੱਚ ਜਦੋਂ KPS ਗਿੱਲ ਦੀ ਤੂਤੀ ਐਡੀ ਜ਼ਿਆਦਾ ਬੋਲਿਆ ਕਰਦੀ ਸੀ ਤੇ ਜੂਲੀਓ ਰਿਬੇਰੋ ਵਰਗੇ ਜਿਹੜੇ ਲੋਕ ਸਨ ਉਹਨਾਂ ਦੇ ਸਾਹਮਣੇ ਚੁੱਪ ਕਰ ਜਾਇਆ ਕਰਦੇ ਸਨ। ਕਿਸੇ ਅਫਸਰ ਜਾਂ ਕਿਸੇ ਅਧਿਕਾਰੀ ਦੀ ਮਜਾਲ ਨਹੀਂ ਸੀ ਕਿ ਉਹਨਾਂ ਦੇ ਸਾਹਮਣੇ ਖੰਘ ਵੀ ਸਕਣ। ਇਸ ਹਾਲਾਤਾਂ ਦੇ ਵਿੱਚ ਘਟਨਾ 18 ਜੁਲਾਈ 1988 ਦੀ ਹੈ, ਜਦੋਂ ਕਿ ਰਾਤ ਨੂੰ ਇੱਕ ਪਾਰਟੀ ਆਰਗੇਨਾਈਜ਼ ਕੀਤੀ ਜਾਂਦੀ ਹੈ। SL ਕਪੂਰ ਪੰਜਾਬ ਦੇ ਫਾਈਨੈਂਸ਼ੀਅਲ ਕਮਿਸ਼ਨਰ ਹੋਮ ਯਾਨੀ ਕਿ ਹੋਮ ਸਕੱਤਰ, ਹੋਮ ਸੈਕਟਰੀ ਲੈਵਲ ਦੇ ਜਿਹੜੇ ਅਧਿਕਾਰੀ, ਗ੍ਰਹਿ ਸਕੱਤਰ, ਉਹਨਾਂ ਵੱਲੋਂ ਇੱਕ ਪਾਰਟੀ ਉਹਨਾਂ ਦੇ ਰਿਹਾਇਸ਼ ਤੇ ਦਿੱਤੀ ਜਾਂਦੀ ਹੈ, ਜਿਸ ਵਿੱਚ ਕਿ ਲਗਭਗ ਤਕਰੀਬਨ 4 ਦਰਜਨ ਦੇ ਆਸ-ਪਾਸ ਸੀਨੀਅਰ IAS ਅਫਸਰ ਤੇ ਹੋਰ ਪੱਤਰਕਾਰਾਂ ਸਮੇਤ ਉਹਨਾਂ ਦੀਆਂ ਧਰਮ ਪਤਨੀਆਂ ਤੇ ਉਹ ਸਾਰੇ ਜਿਹੜੇ ਲੋਕ ਹੈਗੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਐਲੀਟ ਜੈਂਟਰੀ ਵਿੱਚੋਂ ਆਉਂਦੇ ਹੁੰਦੇ ਨੇ, ਉਹਨਾਂ ਨੂੰ ਸੱਦਿਆ ਜਾਂਦਾ ਹੈ। ਇਸ ਬੈਠਕ ਦੇ ਵਿੱਚ KPS ਗਿੱਲ ਵੀ ਆਉਂਦੇ ਨੇ ਤੇ ਉਹ ਆਪਣੀ ਯੂਨੀਫਾਰਮ ਦੇ ਵਿੱਚ ਇਸ ਬੈਠਕ ਵਿੱਚ ਸ਼ਿਰਕਤ ਕਰਦੇ ਨੇ। ਰੂਪਨ ਦਿਓਲ ਬਜਾਜ ਜੋ ਕਿ ਸਪੈਸ਼ਲ ਸੈਕਟਰੀ ਫਾਈਨਾਂਸ ਤੇ ਉਹਨਾਂ ਦੇ ਪਤੀ BR ਬਜਾਜ ਜੋ ਕਿ ਖੁਦ ਇੱਕ IAS ਅਫਸਰ ਹੁੰਦੇ ਨੇ, ਉਹ ਵੀ ਇਸ ਮੀਟਿੰਗ ਦਾ ਹਿੱਸਾ ਹੁੰਦੇ ਨੇ। ਕਾਫੀ ਦੇਰ ਰੂਪਨ ਦਿਓਲ ਬਜਾਜ ਨੂੰ ਦੇਖਣ ਤੋਂ ਬਾਅਦ, ਘੂਰਨ ਤੋਂ ਬਾਅਦ KPS ਗਿੱਲ, PN ਚੁਟਾਨੀ ਜੋ ਕਿ ਬਾਅਦ ਦੇ ਵਿੱਚ PGI ਦੇ ਡਾਇਰੈਕਟਰ ਵੀ ਹੁੰਦੇ ਨੇ, ਉਹਨਾਂ ਦੇ ਨਾਲ ਮਹਿਲਾਵਾਂ ਦੇ ਇੱਕ ਜਮਾਵੜੇ ਦੇ ਵਿੱਚ ਜਾਂਦੇ ਨੇ ਤੇ ਉੱਥੇ ਆਪਣੀ ਕੁਰਸੀਆਂ ਤੇ ਬੈਠ ਜਾਂਦੇ ਨੇ। ਉਸ ਘਟਨਾਕ੍ਰਮ ਦੇ ਮੁਤਾਬਿਕ ਜੋ ਕਿ ਬਾਅਦ ਦੇ ਵਿੱਚ ਵੱਖ-ਵੱਖ ਅਦਾਲਤਾਂ ਦੇ ਵਿੱਚ, ਟ੍ਰਾਇਲ ਕੋਰਟ ਤੋਂ ਲੈ ਕੇ ਹਾਈ ਕੋਰਟ ਤੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਿਕਾਰਡ ਦਾ ਹਿੱਸਾ ਬਣਿਆ। KPS ਗਿੱਲ ਮਹਿਲਾਵਾਂ ਦੀ ਇਸ ਝੁੰਡ ਦੇ ਵਿੱਚ ਜਾਂ ਇਸ ਸੈਮੀ ਸਰਕਲ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। PN ਚੁਟਾਨੀ ਇੱਕ ਦੂਸਰੀ ਜਾਂ ਦੂਰ ਪਈ ਕੁਰਸੀ ਉੱਤੇ ਬੈਠਦੇ ਨੇ। KPS ਗਿੱਲ ਦੇ ਉੱਥੇ ਬੈਠਦੇ ਹੀ ਬਹੁਤ ਸੀ ਮਹਿਲਾਵਾਂ ਉੱਥੋਂ ਉੱਠਣਾ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਸੇ ਸ਼ਾਮ KPS ਗਿੱਲ ਨੇ ਇੱਕ ਇੰਗਲੈਂਡ ਤੋਂ ਆਈ ਮਹਿਲਾ ਡਾਕਟਰ ਦੇ ਨਾਲ ਉਸੇ ਪਾਰਟੀ ਦੇ ਵਿੱਚ ਕੁਝ ਬਦਮਿਜ਼ਾਜੀ ਕੀਤੀ ਹੁੰਦੀ ਹੈ, ਜਿਸ ਦਾ ਕਿ ਇਲਮ ਕੁਝ ਲੋਕਾਂ ਨੂੰ ਉੱਥੇ ਹੁੰਦਾ ਹੈ। ਸੋ ਇਸੇ ਕਾਰਨ ਬਹੁਤ ਸੀ ਮਹਿਲਾਵਾਂ ਉੱਥੋਂ ਉੱਠ ਜਾਂਦੀਆਂ ਨੇ, ਲੇਕਿਨ ਇਸ ਚੀਜ਼ ਦਾ ਅੰਦਾਜ਼ਾ ਰੂਪਨ ਦਿਓਲ ਬਜਾਜ ਜੋ ਕਿ ਕੁਝ ਹੀ ਕੁਰਸੀਆਂ ਦੂਰ ਬੈਠੀ ਹੁੰਦੀ ਹੈ ਉਹਨਾਂ ਨੂੰ ਨਹੀਂ ਹੁੰਦਾ। KPS ਗਿੱਲ ਕਾਫੀ ਦੇਰ ਤੱਕ ਰੂਪਨ ਦਿਓਲ ਬਜਾਜ ਨੂੰ ਵੇਖਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਰੂਪਨ ਦਿਓਲ ਬਜਾਜ ਨੂੰ ਇਸ਼ਾਰਾ ਕਰਦੇ ਨੇ ਕਿ ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ। ਰੂਪਨ ਦਿਓਲ ਬਜਾਜ ਇਨ ਗੁੱਡ ਫੇਥ ਉੱਠ ਕੇ KPS ਗਿੱਲ ਦੇ ਨਾਲ ਦੀ ਕੁਰਸੀ ਤੇ ਬੈਠਣ ਲੱਗਦੇ ਨੇ ਤੇ ਉਸ ਤੋਂ ਪਹਿਲਾਂ KPS ਗਿੱਲ ਆਪਣੇ ਨਾਲ ਪਈ ਕੁਰਸੀ ਨੂੰ ਆਪਣੇ ਹੋਰ ਨੇੜੇ ਸਰਕਾ ਲੈਂਦੇ ਨੇ। ਇੱਕ ਐਸੀ ਘਟਨਾ ਹੁੰਦੀ ਹੈ ਜਿੱਥੋਂ ਕਿ ਰੂਪਨ ਦਿਓਲ ਬਜਾਜ ਥੋੜੇ ਅਨਕੰਫਰਟੇਬਲ ਹੁੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਕੁਰਸੀ ਇੱਕ ਸਹੀ ਡਿਸਟੈਂਸ ਤੇ ਪਈ ਸੀ। ਉਸ ਹਾਲਾਤ ਦੇ ਵਿੱਚ KPS ਗਿੱਲ ਜੋ ਕਿ ਉਸ ਵਕਤ ਲਿਕਰ ਦੇ ਇਨਫਲੂਐਂਸ ਦੇ ਵਿੱਚ ਰਹੇ ਹੋ ਸਕਦੇ ਹੁੰਦੇ ਨੇ, ਇਹ ਅੰਦਾਜ਼ਾ ਹੁੰਦਾ ਰੂਪਨ ਦਿਓਲ ਬਜਾਜ ਦਾ। ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੇ ਇੰਨੇ ਨੇੜੇ ਨਹੀਂ ਬੈਠ ਸਕਦੀ। ਰੂਪਨ ਦਿਓਲ ਬਜਾਜ ਉਸ ਕੁਰਸੀ ਨੂੰ ਦੁਬਾਰਾ ਉਹਨਾਂ ਤੋਂ ਥੋੜਾ ਹੋਰ ਦੂਰ ਰੱਖਦੇ ਨੇ ਤੇ ਬੈਠਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹਨਾਂ ਦਾ ਮਕਸਦ KPS ਗਿੱਲ ਕੋਲ ਆ ਕੇ ਬੈਠ ਕੇ ਉਹ ਗੱਲ ਸੁਣਨਾ ਹੁੰਦਾ ਜੋ ਕਿ ਗਿੱਲ ਉਹਨਾਂ ਨੂੰ ਕਹੇ ਜਾਣ ਦੀ ਗੱਲ ਕਰ ਚੁੱਕੇ ਹੁੰਦੇ ਨੇ। ਲੇਕਿਨ ਇਸ ਦੌਰਾਨ KPS ਗਿੱਲ ਫਿਰ ਉਹੀ ਹਰਕਤ ਦੁਹਰਾਉਂਦੇ ਨੇ ਤੇ ਉਸ ਕੁਰਸੀ ਨੂੰ ਚੱਕ ਕੇ ਦੁਬਾਰਾ ਆਪਣੇ ਕੋਲ ਰੱਖ ਲੈਂਦੇ ਨੇ। ਇਸ ਹਾਲਾਤ ਦੇ ਵਿੱਚ ਰੂਪਨ ਦਿਓਲ ਬਜਾਜ ਥੋੜਾ ਘਬਰਾਉਂਦੇ ਨੇ ਤੇ ਉਹ ਵਾਪਸ ਉਸੇ ਕੁਰਸੀ ਤੇ ਜਾ ਕੇ ਇੱਕ ਹੋਰ ਮਹਿਲਾ ਅਫਸਰ ਦੀ ਪਤਨੀ ਦੇ ਨਾਲ ਬੈਠ ਜਾਂਦੇ ਨੇ ਜਿੱਥੇ ਕਿ ਉਹ ਪਹਿਲਾਂ ਬੈਠੇ ਸਨ। ਠੀਕ 10 ਵਜੇ ਦੀ ਇਹ ਘਟਨਾ ਦੱਸੀ ਜਾਂਦੀ ਹੈ ਤੇ ਉਸ ਤੋਂ ਤਕਰੀਬਨ 10 ਹੀ ਮਿੰਟ ਬਾਅਦ KPS ਗਿੱਲ ਆਪਣੀ ਸੀਟ ਤੋਂ ਖੜੇ ਹੁੰਦੇ ਨੇ, ਕੁਰਸੀ ਤੋਂ ਖੜੇ ਹੁੰਦੇ ਨੇ ਤੇ ਜਾ ਕੇ ਰੂਪਨ ਦਿਓਲ ਬਜਾਜ ਦੇ ਬਿਲਕੁਲ ਸਾਹਮਣੇ ਬਹੁਤ ਸਿੱਧੇ ਸਟ੍ਰੇਟ ਅਟੈਂਸ਼ਨ ਦੇ ਵਿੱਚ ਖੜੇ ਹੋ ਜਾਂਦੇ ਨੇ। ਇਹ ਦੱਸਿਆ ਜਾਂਦਾ ਵੀ KPS ਗਿੱਲ ਰੂਪਨ ਦਿਓਲ ਦੇ ਘੁਟਨਿਆਂ ਤੋਂ ਮਹਿਜ਼ 4 ਇੰਚ ਦੀ ਦੂਰੀ ਤੇ ਖੜੇ ਹੁੰਦੇ ਨੇ ਤੇ ਇਸ ਪੋਸਚਰ ਦੇ ਵਿੱਚ KPS ਗਿੱਲ ਵੱਲੋਂ ਰੂਪਨ ਦਿਓਲ ਬਜਾਜ ਨੂੰ ਗੁੱਸੇ ਦੇ ਨਾਲ ਇਹ ਕਮਾਂਡ ਕੀਤੀ ਜਾਂਦੀ ਹੈ ਕਿ ਤੁਸੀਂ ਉੱਠੋ ਤੇ ਮੇਰੇ ਨਾਲ ਚੱਲੋ। ਇਸ ਉੱਤੇ ਰੂਪਨ ਦਿਓਲ ਬਜਾਜ KPS ਗਿੱਲ ਦੀ ਗੱਲ ਤੋਂ ਥੋੜਾ ਘਬਰਾਉਂਦੇ ਨੇ, ਲੇਕਿਨ ਉਹ ਗੁੱਸੇ ਨਾਲ ਇਸ ਦਾ ਜਵਾਬ ਦਿੰਦੇ ਨੇ ਕਿ ਇਹ ਜਿਹੜਾ ਵਿਵਹਾਰ ਹੈ ਇਹ ਵਤੀਰਾ ਹੈ, ਤੁਹਾਡੇ ਵਰਗੇ ਅਫਸਰ ਨੂੰ ਸ਼ੋਭਦਾ ਨਹੀਂ ਹੈ, ਇਹ ਇੱਕ ਤਰੀਕੇ ਦਾ ਕੌਸ਼ਨ ਹੁੰਦਾ ਹੈ। ਲੇਕਿਨ ਇਸ ਦੇ ਬਾਵਜੂਦ KPS ਗਿੱਲ ਤੇ ਕੋਈ ਅਸਰ ਨਹੀਂ ਪੈਂਦਾ ਤੇ ਉਹ ਇੱਕ ਵਾਰ ਫਿਰ ਰੂਪਨ ਦਿਓਲ ਬਜਾਜ ਨੂੰ ਸੀ ਕੜਕ ਅੰਦਾਜ਼ ਦੇ ਵਿੱਚ ਕਹਿੰਦੇ ਨੇ ਵੀ ਤੁਸੀਂ ਉੱਠੋ ਤੇ ਮੇਰੇ ਨਾਲ ਚੱਲੋ। ਇਸ ਹਾਲਾਤ ਦੇ ਵਿੱਚ ਰੂਪਨ ਦਿਓਲ ਬਜਾਜ ਘਬਰਾ ਕੇ ਆਪਣੀ ਕੁਰਸੀ ਤੇ ਜਿਸ ਉੱਤੇ ਉਹ ਬੈਠੇ ਹੁੰਦੇ ਨੇ ਉਸ ਨੂੰ ਤਕਰੀਬਨ ਅੱਧਾ ਫੁੱਟ ਦੂਰ ਕਰਦੇ ਨੇ ਤੇ ਖੜੇ ਹੁੰਦੇ ਨੇ ਤੇ ਸਾਈਡ ਦੇ ਗੈਪ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਉੱਥੋਂ ਜਾਣ ਦੀ ਕੋਸ਼ਿਸ਼ ਕਰਦੇ ਨੇ। ਤੇ ਠੀਕ ਇਸੇ ਵਕਤ KPS ਗਿੱਲ ਰੂਪਨ ਦਿਓਲ ਬਜਾਜ ਉਹਨਾਂ ਦੇ ਬੈਕ ਸਾਈਡ ਤੇ ਉਹਨਾਂ ਦੇ ਹਿਪ ਉੱਤੇ ਜ਼ੋਰ ਕੇ ਇੱਕ ਥੱਪੜ ਮਾਰਦੇ ਨੇ। ਇਹ ਪੂਰੀ ਘਟਨਾ ਉਹਨਾਂ तमाम ਮਹਿਲਾਵਾਂ, ਉਹਨਾਂ तमाम ਅਫਸਰਾਂ ਤੇ ਉਸ तमाम ਪਾਰਟੀ ਦੇ ਵਿੱਚ ਮੌਜੂਦ ਲੋਕਾਂ ਦੇ ਸਾਹਮਣੇ ਹੋਈ ਹੁੰਦੀ ਹੈ। ਇਸ ਤੋਂ ਬਾਅਦ ਰੂਪਨ ਦਿਓਲ ਬਜਾਜ ਬਹੁਤ ਬੁਰੀ ਤਰ੍ਹਾਂ ਘਬਰਾ ਜਾਂਦੇ ਨੇ ਤੇ ਅੰਦਰ ਚਲੇ ਜਾਂਦੇ ਨੇ। ਆਪਣੇ ਪਤੀ BR ਬਜਾਜ ਦੇ ਨਾਲ ਉਹ ਥੋੜੀ ਦੇਰ ਬਾਅਦ ਹੀ ਉੱਥੋਂ ਨਿਕਲ ਜਾਂਦੇ ਨੇ ਤੇ ਜਾਂਦਿਆਂ ਹੋਇਆਂ ਉਹਨਾਂ ਨੂੰ ਜਿਹੜੇ ਹੋਮ ਸੈਕਟਰੀ ਹੁੰਦੇ ਨੇ SL ਕਪੂਰ, ਜਿਨ੍ਹਾਂ ਨੇ ਕਿ ਇਹ ਪਾਰਟੀ ਆਰਗੇਨਾਈਜ਼ ਕੀਤੀ ਹੁੰਦੀ ਹੈ, ਉਹਨਾਂ ਵੱਲੋਂ ਖੇਦ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਅਗਲੇ ਕੁਝ ਦਿਨਾਂ ਦੇ ਵਿੱਚ ਰੂਪਨ ਦਿਓਲ ਬਜਾਜ ਆਪਣੇ ਸੀਨੀਅਰ ਅਧਿਕਾਰੀਆਂ ਨੂੰ, ਜਿਨ੍ਹਾਂ ਵਿੱਚ ਕਿ ਚੀਫ ਸੈਕਟਰੀ, ਐਡਵਾਈਜ਼ਰ ਟੂ ਦ ਗਵਰਨਰ ਜੂਲੀਓ ਰਿਬੇਰੋ ਤੋਂ ਗਵਰਨਰ ਖੁਦ ਸ਼ਾਮਲ ਹੁੰਦੇ ਨੇ, ਇਸ ਪੂਰੇ ਮਾਮਲੇ ਦੇ ਨਾਲ ਜਾਣੂ ਕਰਾਉਂਦੇ ਨੇ ਤੇ ਉਹਨਾਂ ਦੇ ਸਾਹਮਣੇ ਆਪਣੀ ਸ਼ਿਕਾਇਤ ਲੈ ਕੇ ਜਾਂਦੇ ਨੇ। ਉਹ ਅਫਸਰ ਰੂਪਨ ਦਿਓਲ ਬਜਾਜ ਨੂੰ ਇਸ ਸ਼ਿਕਾਇਤ ਨੂੰ ਲਿਖਤ ਵਿੱਚ ਦੇਣ ਦੀ ਗੱਲ ਕਰਦੇ ਨੇ। तमाम ਅਫਸਰ KPS ਗਿੱਲ ਤੋਂ ਉਹਨਾਂ ਵਕਤਾਂ ਦੇ ਵਿੱਚ ਡਰਦੇ ਹੁੰਦੇ ਨੇ, ਉਹ KPS ਗਿੱਲ ਦੇ ਖਿਲਾਫ ਕੋਈ ਕਾਰਵਾਈ ਨਹੀਂ ਚਾਹੁੰਦੇ ਹੁੰਦੇ ਤੇ ਰੂਪਨ ਦਿਓਲ ਬਜਾਜ ਨੂੰ ਮਿਲਣ ਵਾਲੇ ਜਿਹੜੇ ਜਵਾਬ ਹੁੰਦੇ ਨੇ ਜਾਂ ਇਹਨਾਂ ਅਫਸਰਾਂ ਦੀਆਂ ਤਕਰੀਰਾਂ ਹੁੰਦੀਆਂ ਨੇ ਉਹ ਹਾਸੋਹੀਣੀਆਂ ਹੁੰਦੀਆਂ ਨੇ। ਕੁਝ ਅਫਸਰ ਚੀਫ ਸਕੱਤਰ ਲੈਵਲ ਦੇ ਜਿਹੜੇ ਅਫਸਰ ਨੇ
ਐਜ਼ ਪਰ ਰਿਕਾਰਡ ਬਾय ਰੂਪਨਦੇਵਲ ਬਜਾਜ। ਉਹਨਾਂ ਨੂੰ ਕਹਿੰਦੇ ਨੇ ਵੀ ਵੱਡੀਆਂ ਪਾਰਟੀਆਂ ਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਰੂਪਨਦੇਵਲ ਬਜਾਜ ਨੂੰ ਮੁੱਖ ਸਕੱਤਰ ਇੱਥੋਂ ਤੱਕ ਕਹਿ ਦਿੰਦੇ ਨੇ ਵੀ ਤੁਸੀਂ ਸ਼ੁਕਰ ਮਨਾਓ ਕਿ KPS ਗਿੱਲ ਨੇ ਅਜਿਹੀ ਹਰਕਤ ਕੀਤੀ ਹੈ, ਜੇ ਇਸ ਤੋਂ ਵੱਧ ਕੋਈ ਹਰਕਤ KPS ਗਿੱਲ ਨੇ ਕੀਤੀ ਹੁੰਦੀ ਤਾਂ ਫਿਰ ਅਸੀਂ ਕੀ ਕਰਦੇ। ਇਸ ਕਿਸਮ ਦੇ ਬਿਆਨ ਜਾਂ ਇਸ ਕਿਸਮ ਦੇ ਆਪਣੇ ਅਫਸਰਾਂ ਦੇ ਵਤੀਰੇ, IAS ਅਫਸਰ, ਪੜ੍ਹੇ ਲਿਖੇ, ਸੀਨੀਅਰ, ਪਾਵਰਫੁਲ ਜਾਂ ਵੱਡੀਆਂ ਕੁਰਸੀਆਂ ਅਹੁਦਿਆਂ ਤੇ ਬੈਠੇ ਇਹਨਾਂ ਸ਼ਕਤੀਸ਼ਾਲੀ ਅਫਸਰਾਂ ਦੇ ਮੂੰਹੋਂ ਇਹੋ ਜਿਹੀ ਗੱਲ ਸੁਣ ਕੇ ਰੂਪਨਦੇਵਲ ਬਜਾਜ ਨੂੰ ਇੱਕ ਤਰੀਕੇ ਦਾ ਖੇਦ ਵੀ ਹੁੰਦਾ ਹੈ, ਉਹਨਾਂ ਨੂੰ ਸ਼ਰਮ ਵੀ ਆਉਂਦੀ ਹੈ, ਲੇਕਿਨ ਉਹਨਾਂ ਲਈ ਸਭ ਤੋਂ ਔਖਾ ਤੇ ਚੁਣੌਤੀ ਭਰਿਆ ਕੰਮ ਹੁੰਦਾ ਹੈ ਆਪਣੀ ਇਸ ਪੂਰੀ ਸ਼ਿਕਾਇਤ ਨੂੰ ਲਿਖਿਤ ਸ਼ਕਲ ਦੇਣਾ, ਯਾਨੀ ਕਿ ਇੱਕ ਲਿਖਿਤ ਰੂਪ ਵਿੱਚ ਦੇਣਾ। ਕਿਉਂਕਿ ਰੂਪਨਦੇਵਲ ਬਜਾਜ ਨੇ ਕਈ ਇੰਟਰਵਿਊਜ਼ ਦੇ ਵਿੱਚ ਇਸ ਚੀਜ਼ ਦਾ ਇੰਕਸ਼ਾਫ ਕੀਤਾ ਵੀ ਉਹਨਾਂ ਲਈ ਸਭ ਤੋਂ ਔਖਾ ਕੰਮ ਆਪਣੇ ਨਾਲ ਹੋਏ ਇਸ ਫਜ਼ੀਹਤ ਜਾਂ ਇਸ ਜਿਹੜਾ ਵਤੀਰਾ ਸੀ ਜਿਸ ਦੇ ਨਾਲ ਉਹਨਾਂ ਦੀ ਅਜ਼ਮਤ ਦੇ ਨਾਲ ਛੇੜਛਾੜ ਕੀਤੀ ਗਈ, ਉਹਨਾਂ ਦੀ ਮੋਡੈਸਟੀ ਨੂੰ ਆਊਟਰੇਜ ਕੀਤਾ ਗਿਆ, ਉਸ ਘਟਨਾ ਨੂੰ ਲਿਖਤ ਦੇ ਵਿੱਚ ਬਿਆਨ ਕਰਨਾ ਉਹਨਾਂ ਲਈ ਇੱਕ ਪਹਾੜ ਚੜ੍ਹਨ ਤੋਂ ਵੀ ਔਖਾ ਕੰਮ ਸੀ। ਤਕਰੀਬਨ 11 ਦਿਨ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਰੂਪਨਦੇਵਲ ਬਜਾਜ ਨੂੰ ਜਦੋਂ ਆਪਣੇ ਅਫਸਰਾਂ, ਚੀਫ ਸੈਕਟਰੀ ਟੂ ਦ ਗਵਰਨਰ ਜਾਂ ਐਡਵਾਈਜ਼ਰ ਟੂ ਦ ਗਵਰਨਰ ਜੂਲੀਓ ਰਿਬੇਰੋ ਜਾਂ ਫਿਰ ਗਵਰਨਰ ਪੰਜਾਬ ਤੋਂ ਕੋਈ ਵੀ ਮਦਦ, ਰਸਦ ਜਾਂ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਇਸ ਕੰਪਲੇਂਟ ਦੇ ਉੱਤੇ ਨਹੀਂ ਹੁੰਦਾ, ਉਸ ਵਕਤ 29 ਜੁਲਾਈ 1988 ਨੂੰ ਰੂਪਨਦੇਵਲ ਬਜਾਜ ਚੰਡੀਗੜ੍ਹ ਦੇ ਸੈਕਟਰ 17 ਪੁਲਿਸ ਥਾਣੇ ਜਾਂਦੇ ਨੇ ਤੇ ਇਸ ਮਾਮਲੇ ਦੇ ਵਿੱਚ ਆਪਣੀ ਲਿਖਤੀ ਸ਼ਿਕਾਇਤ ਦਿੰਦੇ ਨੇ, ਜੋ ਕਿ ਤਕਰੀਬਨ 11 ਦਿਨ ਇਸ ਘਟਨਾ ਦੇ ਬੀਤਣ ਤੋਂ ਬਾਅਦ ਹੁੰਦੀ ਹੈ। ਸੋ 11 ਦਿਨ ਦਾ ਇੱਕ ਡਿਲੇ ਹੋਇਆ ਹੁੰਦਾ ਹੈ, ਲੇਕਿਨ ਪੁਲਿਸ ਅਫਸਰ ਜਿਹੜੇ ਤੈਨਾਤ ਹੁੰਦੇ ਨੇ ਡਿਊਟੀ ਤੇ, ਉਹ ਇਸ ਸ਼ਿਕਾਇਤ ਨੂੰ ਦਰਜ ਕਰ ਲੈਂਦੇ ਨੇ ਤੇ ਇੱਕ FIR ਜਿਹੜੀ ਹੈ ਉਹ ਰਜਿਸਟਰ ਹੋ ਜਾਂਦੀ ਹੈ। ਲੇਕਿਨ ਚੰਡੀਗੜ੍ਹ ਦਾ SSP ਉਸ ਵਕਤ ਪੰਜਾਬ ਦੇ ਤਹਿਤ ਹੀ ਹੁੰਦਾ ਸੀ, ਪੰਜਾਬ ਦਾ ਹੀ ਪੂਰਾ ਮਹਿਕਮਾ, ਪੰਜਾਬ ਦੇ ਹੋਮ ਸਕੱਤਰ, ਚੀਫ ਸਕੱਤਰ ਤੇ DGP ਲੈਵਲ ਦੇ ਜਿਹੜੇ ਅਫਸਰ ਸਨ, ਉਹੀ ਚੰਡੀਗੜ੍ਹ ਦੇ SSP ਨੂੰ ਵੀ ਉਹਨਾਂ ਵਕਤਾਂ ਦੇ ਵਿੱਚ ਕੰਟਰੋਲ ਕਰਦੇ ਹੁੰਦੇ ਸੀ। ਆਉਣ ਵਾਲੇ ਲਗਭਗ 4-5 ਮਹੀਨੇ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਹੋਇਆ। 29 ਜੁਲਾਈ 1988 ਨੂੰ ਦਰਜ ਹੋਈ FIR ਤੋਂ ਬਾਅਦ ਨਵੰਬਰ 22, 1988 ਦੇ ਦਿਨ ਇੱਕ ਇਸਤਗਾਸੇ ਦੇ ਰੂਪ ਵਿੱਚ ਜਾਂ ਇੱਕ ਕ੍ਰਿਮੀਨਲ ਕੰਪਲੇਂਟ ਦੇ ਰੂਪ ਵਿੱਚ ਰੂਪਨਦੇਵਲ ਬਜਾਜ ਦੇ ਪਤੀ BR ਬਜਾਜ ਚੰਡੀਗੜ੍ਹ ਦੀ ਜੁਡੀਸ਼ੀਅਲ ਮੈਜਿਸਟ੍ਰੇਟ CJM ਕੋਲ ਇੱਕ ਐਪਲੀਕੇਸ਼ਨ ਦਿੰਦੇ ਨੇ। ਉਹ ਇੱਕ ਕੰਪਲੇਂਟ ਮੂਵ ਕਰਦੇ ਨੇ ਜਿਸ ਤਹਿਤ ਕਿ ਉਹ ਦੱਸਦੇ ਨੇ ਵੀ ਪੁਲਿਸ ਨੇ ਨਾ ਇਸ ਮਾਮਲੇ ਦੇ ਵਿੱਚ KPS ਗਿੱਲ ਨੂੰ ਗ੍ਰਿਫਤਾਰ ਕੀਤਾ ਹੈ, ਨਾ ਉਸ ਤੋਂ ਪੁੱਛਗਿੱਛ ਹੋਈ ਹੈ ਤੇ ਨਾ ਹੀ ਉਸ ਦੇ ਖਿਲਾਫ ਕੋਈ ਕਾਰਵਾਈ। ਉਸ ਹਾਲਾਤ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਹੁਣ ਇੱਕ ਚੰਡੀਗੜ੍ਹ ਦੀ ਥਲੜੀ ਅਦਾਲਤ ਵਿੱਚ ਇੱਕ ਕੰਪਲੇਂਟ ਦੀ ਸ਼ਕਲ ਵਿੱਚ ਅੱਗੇ ਲਿਜਾਇਆ ਜਾਂਦਾ ਹੈ। ਇਸ ਪੂਰੇ ਮਾਮਲੇ ਦੇ ਖਿਲਾਫ KPS ਗਿੱਲ ਹਾਈ ਕੋਰਟ ਦਾ ਰੁਖ ਕਰ ਦਿੰਦੇ ਨੇ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਦਬਦਬਾ ਉਹਨਾਂ ਸਮਿਆਂ ਦੇ ਵਿੱਚ ਪੁਲਿਸ ਦਾ ਹੁੰਦਾ ਸੀ, ਉਸ ਦਾ ਅੰਦਾਜ਼ਾ ਤੁਸੀਂ ਕੁਝ ਐਸੀ ਵੀਡੀਓਜ਼ ਦੇ ਵਿੱਚੋਂ ਪਹਿਲਾਂ ਲਗਾ ਸਕਦੇ ਹੋ ਜੋ ਕਿ ਸੁਮੇਰ ਸਿੰਘ ਸੈਣੀ ਦੇ ਮੁਤਲਕ ਮੈਂ ਪਾ ਚੁੱਕਾ ਹਾਂ। ਸੋ ਹਾਈ ਕੋਰਟ ਵੱਲੋਂ ਬਹੁਤ ਹੀ ਛੇਤੀ KPS ਗਿੱਲ ਨੂੰ ਰਿਲੀਫ ਦਿੱਤੀ ਜਾਂਦੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ FIR ਦਰਜ ਹੁੰਦੀ ਹੈ ਉਸ ਦੇ ਉੱਤੇ ਜਾਂਚ ਉੱਤੇ ਇੱਕ ਸਟੇ ਲਾਤੀ ਜਾਂਦੀ ਹੈ। ਜਾਂਚ ਉੱਤੇ ਸਟੇ ਲਾਏ ਜਾਣ ਦੇ ਨਾਲ ਜਿਹੜੀ ਚੰਡੀਗੜ੍ਹ ਦੀ CJM ਦੀ ਅਦਾਲਤ ਹੁੰਦੀ ਹੈ ਜਿਸ ਦੇ ਵਿੱਚ ਕੀ ਕੰਪਲੇਂਟ ਰੂਪਨਦੇਵਲ ਬਜਾਜ ਉਹਨਾਂ ਦੇ ਪਤੀ BR ਬਜਾਜ ਨੇ ਫਾਈਲ ਕੀਤੀ ਹੁੰਦੀ ਹੈ, ਉਸ ਦੀ ਪ੍ਰੋਸੀਡਿੰਗ ਫਿਲਹਾਲ ਸਟੇ ਨਹੀਂ ਕੀਤੀ ਜਾਂਦੀ। ਇਹ ਪੂਰਾ ਮਾਮਲਾ ਅੱਗੇ ਵੱਧਦਾ ਹੈ ਤੇ ਬਾਅਦ ਦੇ ਵਿੱਚ ਕੁਝ ਮਹੀਨੇ ਦੇ ਘਟਨਾਕ੍ਰਮ ਦੇ ਬੀਤਣ ਤੋਂ ਬਾਅਦ KPS ਗਿੱਲ ਨੂੰ ਹਾਈ ਕੋਰਟ ਤੋਂ ਇੱਕ ਪੱਕੀ ਜਿਹੜੀ ਹੈ ਉਹ ਰਿਲੀਫ ਮਿਲ ਜਾਂਦੀ ਹੈ। FIR ਤੇ CJM ਦੇ ਕੋਲ ਫਾਈਲ ਹੋਈਆਂ ਕੰਪਲੇਂਟਾਂ ਜਿਹੜੀਆਂ ਰੂਪਨਦੇਵਲ ਬਜਾਜ ਤੇ ਉਹਨਾਂ ਦੇ ਪਤੀ BR ਬਜਾਜ ਦੀਆਂ, ਉਹ ਦੋਨਾਂ ਨੂੰ ਕੁਆਸ਼ ਕਰਤਾ ਜਾਂਦਾ ਹੈ। ਸੋ ਇੱਕ ਮਹਿਲਾ ਜਿਸ ਦੇ ਨਾਲ ਛੇੜਛਾੜ ਹੁੰਦੀ ਹੈ, ਸ਼ਰੇਆਮ ਹੁੰਦੀ ਹੈ, ਖੁੱਲ੍ਹੇਆਮ ਹੁੰਦੀ ਹੈ, ਬਹੁਤ ਸੇ ਐਸੇ ਮੁਅੱਜ਼ਜ਼ ਮਹਿਮਾਨਾਂ ਦੇ ਵਿੱਚ ਹੁੰਦੀ ਹੈ, ਬਹੁਤ ਸੇ ਐਸੇ ਸੀਨੀਅਰ ਵਰਿਸ਼ਟ ਸ਼ਕਤੀਸ਼ਾਲੀ ਪਾਵਰਫੁਲ IAS ਅਫਸਰਾਂ ਦੇ ਇੱਕ ਬੈਠਕ ਦੇ ਵਿੱਚ ਹੁੰਦੀ ਹੈ, ਉਹਨਾਂ ਦੀ ਮਹਿਲਾਵਾਂ ਪਤਨੀਆਂ ਦੇ ਸਾਹਮਣੇ ਹੁੰਦੀ ਹੈ, ਕਈ ਪੱਤਰਕਾਰ ਉਸ ਬੈਠਕ ਦਾ ਹਿੱਸਾ ਹੁੰਦੇ ਨੇ। ਇਸ ਮਾਮਲੇ ਨੂੰ ਬਾਅਦ ਦੇ ਵਿੱਚ ਰਿਪੋਰਟ ਵੀ ਕੀਤਾ ਜਾਂਦਾ ਅਖਬਾਰਾਂ ਦੇ ਵਿੱਚ। ਇਸ ਦੇ ਬਾਵਜੂਦ ਹਾਈ ਕੋਰਟ ਤੋਂ ਇੱਕ ਬਹੁਤ ਵੱਡੀ ਰਿਲੀਫ ਲੈਣ ਦੇ ਵਿੱਚ KPS ਗਿੱਲ ਆਪਣੇ ਉਸ ਰਸੂਖ ਤੇ ਪ੍ਰਭਾਵ ਦਾ ਸਦਕਾ ਕਾਮਯਾਬ ਹੁੰਦੇ ਨੇ, ਜਿਸ ਤੋਂ ਬਾਅਦ ਰੂਪਨਦੇਵਲ ਬਜਾਜ ਤੇ ਉਹਨਾਂ ਦੇ ਪਤੀ BR ਬਜਾਜ ਇਸ ਮਾਮਲੇ ਦੇ ਵਿੱਚ ਠੰਡੇ ਹੋਣ ਦੀ ਬਜਾਏ ਇਸ ਮਾਮਲੇ ਨੂੰ ਉਤਰੀਆਂ ਅਦਾਲਤਾਂ ਯਾਨੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦੀ ਗੱਲ ਸੋਚਦੇ ਨੇ ਤੇ ਇਸੇ ਇਰਾਦੇ ਦੇ ਤਹਿਤ ਉਹ ਪਹੁੰਚਦੇ ਨੇ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੀ ਕੋਕ ਕੀਤੀ ਜਾਂਦੀ ਹੈ, ਉਸ ਮਾਮਲੇ ਦੀ ਪੜਤਾਲ ਕੀਤੀ ਜਾਂਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਈ ਐਸੇ ਗਰਾਊਂਡ ਲਏ ਹੁੰਦੇ ਨੇ ਜਿਸ ਦੇ ਬੇਸ ਉੱਤੇ ਉਹਨਾਂ ਨੇ ਰੂਪਨਦੇਵਲ ਬਜਾਜ ਵੱਲੋਂ ਜਿਹੜੀ ਸ਼ਿਕਾਇਤ ਜਾਂ FIR ਦਰਜ ਕਰਾਈ ਗਈ ਹੁੰਦੀ ਹੈ ਉਸ ਨੂੰ ਕੁਆਸ਼ ਕੀਤਾ ਹੁੰਦਾ ਹੈ। ਉਹਨਾਂ ਦੇ ਵਿੱਚੋਂ ਮੁੱਢਲੇ ਜਿਹੜੇ ਗਰਾਊਂਡਸ ਇਹ ਹੁੰਦੇ ਨੇ ਕਿ ਇਹ ਸੰਭਵ ਹੀ ਨਹੀਂ, ਇਹ ਬਹੁਤ ਹੀ ਐਬਸਰਡ ਹੈ, ਇਹ ਬਹੁਤ ਇੰਪ੍ਰੋਬੇਬਲ ਹੈ, ਇਹ ਲਗਭਗ ਅਸੰਭਵ ਹੈ ਕਿ ਐਡੇ ਵੱਡੇ ਜਮਾਵੜੇ ਤੇ ਐਡੇ ਅਫਸਰਾਂ ਦੇ ਵਿੱਚ KPS ਗਿੱਲ ਵੱਲੋਂ ਇਹ ਹਰਕਤ ਕੀਤੀ ਗਈ ਹੋ ਸਕਦੀ ਹੈ। ਇਹ ਵੀ ਕਿਹਾ ਜਾਂਦਾ ਵੀ KPS ਗਿੱਲ ਨੇ ਜੋ ਜੈਸਚਰ ਕੀਤਾ ਜਾਂ ਜੋ ਵੀ ਗੱਲਬਾਤ ਉਸ ਦੌਰਾਨ ਹੋਈ, ਉਹਨਾਂ ਦਾ ਕੋਈ ਮਕਸਦ ਇਸ ਤਰੀਕੇ ਦੀ ਇੱਕ ਮਹਿਲਾ ਦੀ ਮੋਡੈਸਟੀ ਨੂੰ ਆਊਟਰੇਜ ਕਰਨਾ ਨਹੀਂ ਹੋ ਸਕਦਾ। ਸੋ तमाम ਉਹ ਜਿਹੜੇ ਡਿਫੈਂਸ ਦੇ ਜਿਹੜੇ ਗਰਾਊਂਡ ਹੁੰਦੇ ਨੇ ਉਹ ਹਾਈ ਕੋਰਟ ਵੱਲੋਂ ਆਪਣੀ ਜਜਮੈਂਟ ਦੇ ਵਿੱਚ ਦਿੱਤੇ ਜਾਂਦੇ ਨੇ, ਲੇਕਿਨ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਸ ਪੂਰੇ ਮਾਮਲੇ ਦੀ ਸੁਣਵਾਈ ਹੁੰਦੀ ਹੈ ਤੇ 12 ਅਕਤੂਬਰ 1995 ਨੂੰ ਯਾਨੀ ਕਿ ਇਸ ਘਟਨਾ ਤੋਂ ਲਗਭਗ 7 ਸਾਲ ਬਾਅਦ ਜਿਹੜਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਇੱਕ ਲੰਬੀ ਚੌੜੀ ਚਾਰਾਜ਼ੋਈ ਤੇ ਕਾਨੂੰਨੀ ਲੜਾਈ ਲੜਨ ਤੋਂ ਬਾਅਦ
ਰੂਪਨ ਦਿਓਲ ਬਜਾਜ ਤੇ ਉਹਨਾਂ ਦੇ ਪਤੀ ਨੂੰ ਦੇਖਣ ਸੁਣਨ ਨੂੰ ਤੇ ਸਮਝਣ ਨੂੰ ਮਿਲਦਾ ਹੈ, ਉਹ ਫੈਸਲਾ ਉਹਨਾਂ ਦੇ ਹੱਕ ਵਿੱਚ ਹੁੰਦਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੀਆਂ ਧੱਜੀਆਂ ਉਡਾ ਦਿੱਤੀਆਂ ਹੁੰਦੀਆਂ ਨੇ ਤੇ ਸੁਪਰੀਮ ਕੋਰਟ ਇਹ ਸਾਫ਼ ਅਬਜ਼ਰਵ ਕਰਦਾ ਹੈ ਕਿ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਬਿਲਕੁਲ ਗਲਤ ਸੀ। ਇਹ ਇੱਕ ਮਹਿਲਾ ਦੇ ਨਾਲ, ਉਸ ਦੀ ਅਜ਼ਮਤ ਦੇ ਨਾਲ ਛੇੜਛਾੜ ਦਾ ਸਿੱਧਾ ਤੇ ਸਪਸ਼ਟ ਮਾਮਲਾ ਸੀ। ਇਸ ਚੀਜ਼ ਨੂੰ ਮੰਨਣ ਦਾ ਕੋਈ ਵੀ ਕਾਰਨ ਨਹੀਂ ਹੈ ਤੇ ਜੇ ਕੋਈ ਵਿਟਨੈਸ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਇਆ, ਇਸ ਦਾ ਮਤਲਬ ਇਹ ਨਹੀਂ ਲਾਇਆ ਜਾ ਸਕਦਾ ਵੀ ਇਹ ਘਟਨਾ ਨਹੀਂ ਹੋਈ, ਕਿਉਂਕਿ ਜੋ ਇਸ ਮਾਮਲੇ ਦੇ ਵਿੱਚ ਮੁਲਜ਼ਮ ਹੈ, ਅਕਿਊਜ਼ਡ ਹੈ, ਉਹ ਕਿੱਡਾ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਹੈ, ਇਸ ਚੀਜ਼ ਦਾ ਅੰਦਾਜ਼ਾ ਇਸ ਗੱਲ ਤੋਂ ਪਤਾ ਲੱਗ ਹੀ ਜਾਂਦਾ ਹੈ ਵੀ ਵੱਡੇ ਵੱਡੇ ਆਈਐਸ ਅਫਸਰ ਵਾਈਐਸ ਰਤੜਾ ਵਰਗੇ ਜਾਂ ਫਿਰ ਜੂਲੀਓ ਰਿਬੇਰੋ ਵਰਗੇ ਇਸ ਪੂਰੇ ਮਾਮਲੇ ਦੇ ਵਿੱਚ ਬਤੌਰ ਵਿਟਨੈਸ ਅਦਾਲਤਾਂ ਦੇ ਸਾਹਮਣੇ ਪੇਸ਼ ਨਹੀਂ ਹੋਏ, ਕਿਉਂਕਿ ਜਦੋਂ ਚੰਡੀਗੜ੍ਹ ਦੀਆਂ ਥਲੜੀਆਂ ਅਦਾਲਤਾਂ ਨੇ ਇਹਨਾਂ ਅਫਸਰਾਂ ਨੂੰ ਸਮਨ ਕੀਤਾ ਹੁੰਦਾ ਹੈ, ਉਸ ਵਕਤ ਇਹ ਅਫਸਰ ਅਦਾਲਤਾਂ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੰਦੇ ਨੇ। ਬੇਸ਼ੱਕ ਰੂਪਨ ਦਿਓਲ ਬਜਾਜ ਦੇ ਨਾਲ ਗੱਲਬਾਤ ਦੇ ਵਿੱਚ ਸਾਰੇ ਅਫਸਰ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰ ਰਹੇ ਹੁੰਦੇ ਨੇ, ਲੇਕਿਨ ਇਹ ਅਫਸਰ ਰੂਪਨ ਦਿਓਲ ਬਜਾਜ ਦੀ ਸ਼ਿਕਾਇਤ ਦੇ ਉੱਤੇ ਬਤੌਰ ਗਵਾਹ, ਬਤੌਰ ਵਿਟਨੈਸ ਅਦਾਲਤਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਗਵਾਹੀ ਦੇਣ ਤੋਂ ਸਾਫ਼ ਮੁੱਕਰ ਰਹੇ ਹੁੰਦੇ ਨੇ। ਇਸ ਪੂਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਬਹੁਤ ਸਖਤ ਹੁੰਦਾ ਹੈ ਤੇ ਉਹ ਥਲੜੀ ਅਦਾਲਤ ਯਾਨੀ ਕਿ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਚੰਡੀਗੜ੍ਹ ਦੀ ਅਦਾਲਤ ਨੂੰ ਇਹ ਫੈਸਲਾ ਸੁਣਾਉਂਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਟ੍ਰਾਇਲ ਹੈ ਬਿਨਾਂ ਕਿਸੇ ਦਬਾਅ ਤੇ ਜਾਂ ਬਿਨਾਂ ਕਿਸੇ ਪ੍ਰੈਸ਼ਰ ਦੇ ਛੇਤੀ ਤੋਂ ਛੇਤੀ ਕੰਡਕਟ ਕੀਤਾ ਜਾਵੇ ਤੇ ਉਸ ਨੂੰ ਇੱਕ ਮੁਕੰਮਲ ਨਤੀਜੇ ਤੱਕ ਪਹੁੰਚਾਇਆ ਜਾਵੇ। ਇਹ ਫੈਸਲਾ 12 ਅਕਤੂਬਰ 1995 ਨੂੰ ਆਉਂਦਾ ਹੈ, ਜਿਸ ਤੋਂ ਤਕਰੀਬਨ ਕੁਝ ਮਹੀਨੇ ਬਾਅਦ 6 ਜਨਵਰੀ 1996 ਦੇ ਦਿਨ ਉਹ ਫੈਸਲਾ ਆਉਂਦਾ ਹੈ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਸ਼ਰਨ ਸਿੰਘ ਦੀ ਅਦਾਲਤ ਵੱਲੋਂ, ਜਿਸ ਵਿੱਚ ਕਿ KPS ਗਿੱਲ ਨੂੰ ਰੂਪਨ ਦਿਓਲ ਬਜਾਜ ਦੇ ਨਾਲ ਛੇੜਛਾੜ ਦਾ ਦੋਸ਼ੀ ਮੰਨਿਆ ਜਾਂਦਾ ਹੈ। ਉਹਨਾਂ ਦੇ ਉੱਤੇ ਜੁਰਮਾਨਾ ਲਾਇਆ ਜਾਂਦਾ ਹੈ, ਉਹਨਾਂ ਦੇ ਉੱਤੇ ਰੂਪਨ ਦਿਓਲ ਬਜਾਜ ਨੂੰ ਇੱਕ ਮੁਆਵਜ਼ਾ ਕੁਝ ਲੱਖ ਰੁਪਏ ਦਾ ਦਿੱਤੇ ਜਾਣ ਦਾ ਵੀ ਇੱਕ ਫੈਸਲਾ ਅਦਾਲਤ ਵੱਲੋਂ ਸੁਣਾਇਆ ਜਾਂਦਾ ਹੈ ਤੇ ਇਸ ਦੇ ਨਾਲ ਹੀ 3 ਸਾਲ ਦੀ ਜਿਹੜੀ ਕੈਦ ਹੈ ਯਾਨੀ ਕਿ ਇੰਪ੍ਰਿਜ਼ਨਮੈਂਟ ਹੈ, ਉਸ ਦੀ ਸਜ਼ਾ KPS ਗਿੱਲ ਨੂੰ ਸੁਣਾਈ ਜਾਂਦੀ ਹੈ। ਇਹ ਮੰਨ ਕੇ ਚੱਲੀਏ ਵੀ ਪੰਜਾਬ ਦੇ ਵਿੱਚ ਵੱਖਵਾਦ ਜਾਂ ਖਾੜਕੂਬਾਦ ਦੇ ਮੌਕੇ ਤੇ ਜਿੰਨੀ ਵੀ ਤਸ਼ੱਦਦ ਹੋਈ ਜਾਂ ਪੁਲਿਸ ਵੱਲੋਂ ਜਿਹੜੇ ਐਕਸੈਸਿਸ ਹੋਏ, ਉਹਨਾਂ ਦਾ ਸਿੱਧਾ ਤੇ ਸਿੱਧਾ ਰੂਪ ਵਿੱਚ ਜਿਹੜਾ ਐਕਿਊਜ਼ੇਸ਼ਨ ਰਹੀ ਹੈ ਜਾਂ ਜਿਹੜੇ ਇਲਜ਼ਾਮ ਹੈਗੇ ਨੇ ਉਹ KPS ਗਿੱਲ ਦੇ ਲੱਗਦੇ ਰਹੇ ਨੇ, ਲੇਕਿਨ ਕੋਈ ਵੀ ਐਸਾ ਮਾਮਲਾ ਸਾਹਮਣੇ ਨਹੀਂ ਆਇਆ ਜਾਂ ਮੁਕੰਮਲ ਨਤੀਜੇ ਤੱਕ ਨਹੀਂ ਪਹੁੰਚ ਪਾਇਆ ਜਿਸ ਵਿੱਚ ਕਿ KPS ਗਿੱਲ ਉੱਤੇ ਕਿਸੇ ਵੀ ਕਾਨੂੰਨੀ ਕੇਸ ਦੀ ਆਂਚ ਤੱਕ ਆਈ ਹੋਵੇ। ਲੇਕਿਨ ਇਹ ਪਹਿਲਾ ਮੌਕਾ ਹੁੰਦਾ ਜਦੋਂ ਕਿ ਇੱਕ ਮਹਿਲਾ ਦੇ ਨਾਲ ਆਪਣੀ ਬਦਮਿਜ਼ਾਜੀ ਤੇ ਬਦਤਮੀਜ਼ੀ ਦਾ ਸਦਕਾ ਉਸ ਦੀ ਮੋਡੈਸਟੀ ਨੂੰ ਆਊਟਰੇਜ ਕਰਨ ਦੇ ਜਿਹੜੇ IPC ਦੇ ਸੈਕਸ਼ਨ 354 ਹੁੰਦਾ ਹੈ, ਉਸ ਦੇ ਤਹਿਤ KPS ਗਿੱਲ ਨੂੰ ਦੋਸ਼ੀ ਮੰਨਿਆ ਜਾਂਦਾ, ਅਦਾਲਤ ਵੱਲੋਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਲੇਕਿਨ ਇਹ ਸਜ਼ਾ ਨੂੰ ਇੱਕ ਪ੍ਰੋਬੇਸ਼ਨ ਦੇ ਉੱਤੇ ਨਿਰਭਰ ਰੱਖਤਾ ਜਾਂਦਾ ਹੈ, ਯਾਨੀ ਕਿ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੇ ਜੁਰਮਾਨੇ ਭਰਨੇ ਹੁੰਦੇ ਨੇ, ਮੁਆਵਜ਼ੇ ਦੇਣੇ ਹੁੰਦੇ ਨੇ, ਲੇਕਿਨ ਆਉਣ ਵਾਲੇ ਕੁਝ ਸਮਿਆਂ ਤੱਕ ਉਹਨਾਂ ਨੂੰ ਇੱਕ ਪ੍ਰੋਬੇਸ਼ਨਰੀ ਆਫੀਸਰ ਦੇ ਤਹਿਤ ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਕੰਡਕਟ ਨੂੰ ਇੱਕ ਪ੍ਰੋਬੇਸ਼ਨਰੀ ਆਫੀਸਰ ਨੇ ਵਾਚ ਕਰਨਾ ਹੁੰਦਾ ਹੈ ਤੇ ਜੇ ਫਿਰ ਦੁਬਾਰਾ ਇਸ ਕਿਸਮ ਦੀ ਹਰਕਤ ਹੁੰਦੀ ਹੈ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣਾ ਹੁੰਦਾ ਹੈ। ਇਸ ਪੂਰੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਜਦੋਂ ਚੁਣੌਤੀ ਦਿੰਦੇ ਨੇ KPS ਗਿੱਲ, ਤਾਂ ਇਸ ਪ੍ਰੋਬੇਸ਼ਨ ਪੀਰੀਅਡ ਨੂੰ 3 ਸਾਲ ਤੋਂ ਵਧਾ ਕੇ ਯਾਨੀ ਕਿ ਪ੍ਰੋਬੇਸ਼ਨ ਅਫਸਰ ਵੱਲੋਂ ਉਹਨਾਂ ਦੇ ਵਤੀਰੇ ਨੂੰ ਵਾਚਣ ਦਾ ਜਿਹੜਾ ਸਮਾਂ ਥਲੜੀ ਅਦਾਲਤ ਨੇ ਉਸ ਨੂੰ 3 ਸਾਲ ਮੁਕਰਰ ਕੀਤਾ ਹੁੰਦਾ ਹੈ, ਉਸ ਨੂੰ ਘਟਾ ਕੇ 1 ਸਾਲ ਕਰਤਾ ਜਾਂਦਾ ਹੈ। ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕੰਪਨਸੇਸ਼ਨ 2 ਲੱਖ ਰੁਪਏ ਦੇਣ ਦੀ ਗੱਲ ਕੀਤੀ ਗਈ ਹੁੰਦੀ ਹੈ, ਉਹ ਰੂਪਨ ਦਿਓਲ ਬਜਾਜ ਇਸ ਕੇਸ ਦੇ ਵਿੱਚ ਨਹੀਂ ਐਕਸੈਪਟ ਕਰਦੇ ਤੇ ਉਹ ਇਸ ਨੂੰ ਕਿਸੇ ਮਹਿਲਾਵਾਂ ਦੇ ਨਾਲ ਜੁੜੀ ਹੋਈ ਜਥੇਬੰਦੀ ਜਾਂ NGOs ਨੂੰ ਦਾਨ ਜਾਂ ਡੋਨੇਸ਼ਨ ਵਿੱਚ ਦੇਣ ਦੀ ਗੱਲ ਕਰਦੇ ਨੇ, ਜੋ ਕਿ ਬਾਅਦ ਦੇ ਵਿੱਚ ਦਿੱਤਾ ਜਾਂਦਾ ਹੈ। ਲੇਕਿਨ KPS ਗਿੱਲ ਦੇ ਜ਼ਿਹਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਇਸ ਮਾਮਲੇ ਦੇ ਨਾਲ ਉਹਨਾਂ ਦੀ ਪੂਰੀ ਦੁਨੀਆ ਪੱਧਰ ਤੇ ਜਿਹੜੀ ਇੱਕ ਸੁਪਰ ਕਾਪ ਦੀ ਇਮੇਜ ਸੀ ਜਾਂ ਭਾਰਤ ਦੇ ਵਿੱਚ ਜੋ ਇੱਕ ਬਹੁਤ ਹੀ ਦਬੰਗ ਪੁਲਿਸ ਅਫਸਰ ਦੀ ਇਮੇਜ ਸੀ, ਉਸ ਨੂੰ ਵੱਟਾ ਲੱਗਿਆ ਹੈ, ਉਸ ਨੂੰ ਡੈਂਟ ਪਿਆ ਹੈ। ਤਾਂ KPS ਗਿੱਲ ਤਮਾਮ ਉਹ ਕੋਸ਼ਿਸ਼ਾਂ ਆਉਣ ਵਾਲੇ ਕਈ ਸਾਲ ਤੱਕ ਕਰਦੇ ਰਹਿੰਦੇ ਨੇ, ਤਕਰੀਬਨ 10-11 ਸਾਲ ਉਹ ਹੋਰ ਕਾਨੂੰਨੀ ਚਾਰਾਜ਼ੋਈ ਜਾਂ ਕਾਨੂੰਨੀ ਜੰਗਾਂ ਨੂੰ ਲੜਦੇ ਨੇ ਤੇ ਸੁਪਰੀਮ ਕੋਰਟ ਤੱਕ ਇਸ ਮਾਮਲੇ ਨੂੰ ਲਿਜਾਂਦੇ ਨੇ। ਲੇਕਿਨ ਆਖਿਰਕਾਰ ਸਾਲ 2005 ਆਉਂਦਾ ਹੈ ਜਦੋਂ ਕਿ KPS ਗਿੱਲ ਦੇ ਖਿਲਾਫ ਸੁਪਰੀਮ ਕੋਰਟ ਦਾ ਫੈਸਲਾ ਥਲੜੀ ਚੰਡੀਗੜ੍ਹ ਦੀ ਉਸ ਅਦਾਲਤ ਦੇ ਫੈਸਲੇ ਦੀ ਰੋਸ਼ਨੀ ਦੇ ਵਿੱਚ ਹੀ ਹੁੰਦਾ ਹੈ, ਯਾਨੀ ਕਿ ਥਲੜੀ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਅਪਹੋਲਡ ਕਰਦਾ ਹੈ, ਸਹੀ ਮੰਨਦਾ ਹੈ ਤੇ KPS ਗਿੱਲ ਨੂੰ ਜਿਹੜੀ ਵੀ ਸਜ਼ਾਵਾਂ ਦਿੱਤੀਆਂ ਗਈਆਂ ਹੁੰਦੀਆਂ ਨੇ, ਜੋ ਬੇਸ਼ੱਕ ਬਹੁਤ ਘੱਟ ਹੁੰਦੀਆਂ ਨੇ, ਲੇਕਿਨ ਜੁਰਮਾਨੇ ਜਾਂ ਇੱਕ ਫਜ਼ੀਹਤ ਦੇ ਪੱਖੋਂ ਇੱਕ ਐਡੇ ਸੀਨੀਅਰ ਅਧਿਕਾਰੀ ਨੂੰ ਜਿਹੜੀ ਦਿੱਤੀ ਗਈ ਸਜ਼ਾ ਹੈ, ਉਸ ਪੱਖੋਂ ਨਾਲ ਸਜ਼ਾਵਾਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤੇ ਉਹ ਬਣਦੇ ਜਿਹੜੇ ਮੁਆਵਜ਼ੇ ਹੈਗੇ ਨੇ ਉਹ ਐਗਜ਼ੀਕਿਊਟ ਕਰਾਏ ਜਾਂਦੇ ਨੇ। ਸੋ ਇੱਕ ਮਹਿਲਾ ਦੀ ਆਪਣੇ ਇਨਸਾਫ ਲਈ ਇਸ ਲੜਾਈ ਨੂੰ 1988 ਤੋਂ ਲੈ ਕੇ 2005 ਦੇ ਵਿੱਚ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਦੇਸ਼ ਦੀ ਸਭ ਤੋਂ ਉਤਲੀ ਅਦਾਲਤ ਤੱਕ ਅਸੀਂ ਲੜਿਆ ਜਾਂਦਾ ਦੇਖਿਆ ਤੇ 2005 ਦੇ ਵਿੱਚ ਸੁਪਰੀਮ ਕੋਰਟ ਨੇ ਲਾਅ ਸੈਟਲ ਕੀਤਾ। ਉਸ ਦੇ ਤਹਿਤ ਇਹ ਸਾਫ਼ ਸਪਸ਼ਟ ਕੀਤਾ ਗਿਆ ਕਿ ਜੇ ਕਿਸੇ ਮਹਿਲਾ ਦੇ ਨਾਲ ਉਸ ਦੀ ਅਜ਼ਮਤ ਦੇ ਨਾਲ ਛੇੜਛਾੜ ਹੁੰਦੀ ਹੈ, ਜੇ ਉਸ ਦੇ ਨਾਲ ਕੋਈ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਉਸ ਦੇ ਲਈ ਜ਼ਿਆਦਾ ਵਿਟਨੈਸਸ ਦੀ ਲੋੜ ਨਹੀਂ ਹੈ, ਉਸ ਦੇ ਲਈ ਜ਼ਿਆਦਾ ਗਵਾਹੀਆਂ ਦੀ ਲੋੜ ਨਹੀਂ ਹੈ। ਜੇ ਉਹ ਮਹਿਲਾ ਦੀ ਆਪਣੀ ਸਟੇਟਮੈਂਟ ਬਸ਼ਰਤੇ ਉਹ ਸਹੀ ਹੋਵੇ ਤੇ ਸਰਕਮਸਟੈਂਸਸ ਨੂੰ ਵੇਖਦਿਆਂ ਹੋਇਆਂ ਉਸ ਨੂੰ ਜੇ ਸਹੀ ਮੰਨਿਆ ਜਾਂਦਾ ਹੈ ਤਾਂ ਉਹ ਆਪਣੇ ਆਪ ਵਿੱਚ ਕਿਸੇ ਵੀ ਐਕਿਊਜ਼ ਨੂੰ ਜਾਂ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਕਾਫੀ ਹੈ।
ਇੱਕ ਬਹੁਤ ਹੀ ਲੈਂਡਮਾਰਕ ਜਜਮੈਂਟ ਸੀ ਜਿਸ ਦਾ ਉਲੇਖ ਪੂਰੇ ਦੇਸ਼ ਦੀਆਂ ਅਖਬਾਰਾਂ ਦੇ ਵਿੱਚ ਹੋਇਆ ਤੇ ਜਦੋਂ ਇੱਕ ਸੁਪਰ ਕੋਪ ਲੈਵਲ ਦਾ ਇੱਕ ਐਡਾ ਸ਼ਕਤੀਸ਼ਾਲੀ ਅਫਸਰ ਇੱਕ ਮਹਿਲਾ ਦੇ ਸਾਹਮਣੇ ਨਹੀਂ ਟਿਕ ਪਾਇਆ, ਇਸ ਚੀਜ਼ ਨੂੰ ਮੀਡੀਆ ਨੇ ਲਗਭਗ ਉਨੀ ਹੀ ਸ਼ਿੱਦਤ ਦੇ ਨਾਲ ਛਾਪਿਆ, ਓਡੀ ਹੀ ਵੱਡੀ ਸਪੇਸ ਆਪਣੇ ਆਪਣੇ ਕਾਲਮਸ ਦੇ ਵਿੱਚ ਦਿੱਤੀ। ਜਿਸ ਤਰੀਕੇ ਨਾਲ KPS ਗਿੱਲ ਦੀਆਂ ਅੱਤਵਾਦ ਦੇ ਖਿਲਾਫ ਜਾਂ ਵੱਖਵਾਦ ਦੇ ਖਿਲਾਫ ਲੜਾਈਆਂ ਦੇ ਵਿੱਚ ਮਾਰੇ ਹੋਏ ਜਿਹੜੇ ਦਹਿਸ਼ਤਗਰਦ ਹੁੰਦੇ ਸਨ ਜਾਂ ਖਾੜਕੂ ਹੁੰਦੇ ਸਨ, ਉਹਨਾਂ ਨੂੰ ਅਖਬਾਰਾਂ ਦਇਆ ਕਰਦੀਆਂ ਸਨ। ਸੋ KPS ਗਿੱਲ ਲਈ ਇੱਕ ਬਹੁਤ ਵੱਡੀ ਫਜ਼ੀਹਤ ਦੇ ਰੂਪ ਵਿੱਚ ਇਹ ਜਿਹੜਾ 2005 ਦਾ ਫੈਸਲਾ ਆਇਆ ਤੇ ਇੱਕ ਬਹੁਤ ਵੱਡੀ ਜਿੱਤ ਸੀ ਦੇਸ਼ ਦੇ ਵਿੱਚ ਨਿਆਂ ਪ੍ਰਣਾਲੀ ਦੇ ਪੱਖੋਂ ਤੇ ਮਹਿਲਾਵਾਂ ਨੂੰ ਜਿਹੜੀ ਸੁਰੱਖਿਆ ਪ੍ਰਦਾਨ ਕਰਨਾ, ਉਹਨਾਂ ਦੇ ਕੰਮ ਕਰਨ ਦੇ ਜਿਹੜੇ ਥਾਵਾਂ ਹੈਗੀਆਂ ਨੇ ਉੱਥੇ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਤੀਰਾ ਹੁੰਦਾ ਹੈ ਤੇ ਜੇ ਕੋਈ ਛੇੜਛਾੜ ਹੁੰਦੀ ਹੈ ਤੇ ਉਸ ਲਈ ਉਹਨਾਂ ਨੂੰ ਕਿੰਨੀ ਕੁ ਮਦਦ ਰਸਦ ਤੇ ਉਹਨਾਂ ਲਈ ਕਿੰਨੇ ਕੁ ਲੋਕ ਬਤੌਰ ਇੱਕ ਗਵਾਹ ਖੜ ਸਕਦੇ ਨੇ। ਇਸ ਚੀਜ਼ ਤੋਂ ਕਾਫੀ ਹੱਦ ਤੱਕ ਸੁਪਰੀਮ ਕੋਰਟ ਦੇ ਇਸ ਜਜਮੈਂਟ ਨੇ ਇਹ ਸਪਸ਼ਟ ਕਰ ਦਿੱਤਾ ਕਿ ਜ਼ਿਆਦਾ ਗਵਾਹਾਂ ਦੀ ਵਿਟਨੈਸਸ ਦੀ ਲੋੜ ਨਹੀਂ ਹੈ। ਜੇ ਮਹਿਲਾ ਦੇ ਨਾਲ ਇਸ ਕਿਸਮ ਦੀ ਘਟਨਾ ਹੁੰਦੀ ਹੈ ਤਾਂ ਉਹ ਪ੍ਰਾਈਮਾ ਫੇਸਾਈ ਔਨ ਦਾ ਫੇਸ ਆਫ ਇਟ ਇੱਕ ਕੋਗਨੀਜ਼ੇਬਲ ਆਫੈਂਸ ਹੈ ਤੇ ਉਸ ਨੂੰ ਰਜਿਸਟਰ ਕਰਕੇ ਜੇ ਅਦਾਲਤਾਂ ਤੇ ਜੇ ਪੁਲਿਸ ਮਹਿਕਮੇ ਆਪਣਾ ਕੰਮ ਕਰਦੇ ਨੇ ਤੇ ਵੱਖ-ਵੱਖ ਅਦਾਲਤਾਂ ਦੇ ਵਿੱਚ ਦੋਸ਼ਾਂ ਨੂੰ ਸਥਾਪਿਤ ਕਰਨ ਲਈ ਆਪਣਾ ਜ਼ੋਰ ਲਾਉਂਦੇ ਨੇ ਤੇ ਉਸ ਵਿੱਚ ਕੁਝ ਗਲਤ ਨਹੀਂ ਹੈ। ਇਹੀ ਉਹ ਤਕਰੀਰਾਂ ਸਨ ਜਿਹਨੂੰ ਕਿ KPS ਗਿੱਲ ਦਾ ਕਾਨੂੰਨੀ ਖੇਮਾ ਥਲੜੀਆਂ ਅਦਾਲਤਾਂ ਤੇ ਹਾਈ ਕੋਰਟ ਤੱਕ ਮੈਨੀਪੂਲੇਟ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਦਾ ਰਿਹਾ, ਲੇਕਿਨ ਸੁਪਰੀਮ ਕੋਰਟ ਦੇ ਵਿੱਚ KPS ਗਿੱਲ ਦੀ ਇੱਕ ਨਾ ਚੱਲੀ। ਸੋ ਰੂਪਨ ਦਿਓਲ ਬਜਾਜ ਦੇ ਇਸ ਸੰਘਰਸ਼ ਜਾਂ ਉਸ ਜੰਗ ਦੀ ਇਹ ਘਟਨਾ ਦੀ ਜਿਹੜੀ ਪੂਰਾ ਬਿਊਰਾ ਮੈਂ ਤੁਹਾਨੂੰ ਦਿੱਤਾ ਹੈ, ਇਹ ਦੇਸ਼ ਦੀ ਸਭ ਤੋਂ ਪਹਿਲੀ ਉਹ ਮੀਟੂ ਦੀ ਜੰਗ ਸੀ ਜਾਂ ਉਹ ਲੜਾਈ ਸੀ ਜੋ ਕਿ ਬਾਅਦ ਦੇ ਵਿੱਚ ਕਈ ਸਾਲਾਂ ਬਾਅਦ #ਮੀਟੂ ਦੇ ਨਾਂ ਤੇ ਵੱਖ-ਵੱਖ ਲੈਵਲ ਦੇ ਉੱਤੇ ਚੱਲੀ। ਮੀਡੀਆ ਦੇ ਵਿੱਚ ਉਹਦਾ ਬਖਾਨ ਹੋਇਆ, ਸਹੀ ਤੇ ਗਲਤ ਇਲਜ਼ਾਮਾਂ ਦੇ ਤਹਿਤ ਬਹੁਤ ਸੇ ਲੋਕਾਂ ਦੀ ਭੰਡੀ ਵੀ ਕੀਤੀ ਗਈ, ਬਹੁਤ ਸੇ ਲੋਕਾਂ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਵੀ ਕੀਤਾ ਗਿਆ, ਲੇਕਿਨ ਇੱਕ ਬਹੁਤ ਵੱਡਾ ਵਰਗ ਸੀ ਮਹਿਲਾਵਾਂ ਦਾ ਜੋ ਕਿ ਆਪਣੇ ਨਾਲ ਕੰਮਕਾਜ ਦੇ ਵਕਤ ਹੋਏ ਸ਼ੋਸ਼ਣ ਜਾਂ ਪ੍ਰਤਾੜਨਾ ਦੇ ਖਿਲਾਫ ਬੋਲਿਆ, ਉੱਭਰ ਕੇ ਆਇਆ, #ਮੀਟੂ ਕੀਤਾ ਤੇ ਬਹੁਤ ਸੇ ਐਸੇ ਖੁਲਾਸੇ ਕੀਤੇ ਜਿਸ ਵਿੱਚ ਕਿ ਬਹੁਤ ਵੱਡੇ MJ ਅਕਬਰ ਵਰਗੇ ਪੱਤਰਕਾਰਾਂ ਤੋਂ ਲੈ ਕੇ ਬਹੁਤ ਐਸੇ ਲੋਕ ਸ਼ਾਮਲ ਸਨ। ਇੱਕ ਬਹੁਤ ਵੱਡੀ ਮੂਵਮੈਂਟ ਚੱਲੀ ਸੀ ਜਿਸ ਦਾ ਜੈਨੇਸਿਸ ਤੇ ਜਿਸ ਦਾ ਆਧਾਰ ਜਾਂ ਜਿਹਦਾ ਓਰੀਜਨਲ ਆਪਾਂ ਓਰੀਜਨ ਉਸ ਨੂੰ ਕਹਿ ਸਕਦੇ ਹਾਂ, ਉਹ ਆਪਾਂ ਪੰਜਾਬ ਦੇ ਇਸ ਘਟਨਾਕ੍ਰਮ ਜਾਂ ਇਸ 2 IAS ਤੇ ਇੱਕ IPS ਅਫਸਰ ਦੇ ਇਸ ਕਲੈਸ਼ ਦੇ ਵਿੱਚ ਲੱਭ ਸਕਦੇ ਹਾਂ। ਇਹ ਉਹੀ ਘਟਨਾ ਸੀ ਜਿਸ ਨੇ ਇੱਕ ਸੁਪਰੀਮ ਕੋਰਟ ਦੀ ਲੈਂਡਮਾਰਕ ਜਜਮੈਂਟ ਨੂੰ ਵੀ ਹੋਰ ਕੇਸਾਂ ਲਈ ਇੱਕ ਆਧਾਰ ਪ੍ਰਦਾਨ ਕੀਤਾ। ਤੇ ਅੱਜ ਜਦੋਂ ਅਸੀਂ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਚਰਨਜੀਤ ਸਿੰਘ ਚੰਨੀ ਮੰਤਰੀ ਜਾਂ ਕਿਸੇ ਮਹਿਲਾ ਦੇ ਨਾਲ ਉਹਨਾਂ ਵੱਲੋਂ ਕੀਤੇ ਗਏ ਕੁਝ ਐਸੇ ਕਥਿਤ ਬਿਹੇਵੀਅਰ ਦੀ ਗੱਲਬਾਤ ਨੂੰ ਇੱਕ ਸਿਆਸੀ ਰੌਸ਼ਨੀ ਵਿੱਚ ਵੇਖਦੇ ਹਾਂ, ਮਹਿਲਾ ਆਯੋਗ ਦੇ ਜਿਹੜੇ ਚੇਅਰਮੈਨ ਹੈਗੇ ਨੇ ਉਹ ਜਦੋਂ ਫੱਫੇ ਕੁੱਟਣੀਆਂ ਵਾਂਗ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਹੋ ਕੇ ਇਸ ਕਿਸਮ ਦੀ ਹਾਏ ਤੌਬਾ ਮਚਾਉਂਦੇ ਨੇ, ਭੁੱਖ ਹੜਤਾਲ ਕੀਤੇ ਜਾਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਸਬਕ ਲੈਣ ਦੀ ਲੋੜ ਹੈ। ਮਹਿਲਾ ਭਾਵੇਂ ਕੋਈ ਗਰੀਬ ਹੋਵੇ, ਕੋਈ ਕਮਜ਼ੋਰ ਹੋਵੇ, ਕੋਈ ਨਾਰਮਲ ਸਾਧਾਰਨ ਮਿਡਲ ਕਲਾਸ ਪਰਿਵਾਰ ਦੀ ਹੋਵੇ ਜਾਂ ਫਿਰ ਇੱਕ ਬਹੁਤ ਸ਼ਕਤੀਸ਼ਾਲੀ IAS ਅਫਸਰ, ਉਸ ਦੇ ਨਾਲ, ਉਸ ਦੀ ਅਜ਼ਮਤ ਦੇ ਨਾਲ, ਉਸ ਦੇ ਇੱਜ਼ਤ ਦੇ ਨਾਲ ਜੇ ਕਦੇ ਵੀ ਕੋਈ ਖਿਲਵਾੜ ਕੀਤਾ ਜਾਂਦਾ ਹੈ, ਉਸ ਲਈ ਬਹੁਤ ਔਖਾ ਹੁੰਦਾ ਇਸ ਨੂੰ ਬਿਆਨ ਕਰਨਾ, ਉਸ ਲਈ ਬਹੁਤ ਔਖਾ ਹੁੰਦਾ ਇਸ ਲੜਾਈ ਨੂੰ, ਉਸ ਜੰਗ ਨੂੰ, ਉਸ ਸੰਘਰਸ਼ ਨੂੰ ਅੱਗੇ ਤੋਰਨਾ। ਅਜਿਹੇ ਉਪਰਾਲਿਆਂ ਦੇ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ, ਮਹਿਲਾਵਾਂ ਵੱਲੋਂ ਅੱਗੇ ਆਉਣ ਦੀ ਵੀ ਲੋੜ ਹੈ। ਇਸ ਵੀਡੀਓ ਦਾ ਮਕਸਦ ਇੱਕ ਪ੍ਰੋਪਰ ਪਰਸਪੈਕਟਿਵ ਜਾਂ ਤੁਹਾਨੂੰ ਇੱਕ ਪ੍ਰੋਪਰ ਨਜ਼ਰੀਆ ਦੇਣਾ ਸੀ। ਅਸੀਂ ਸਿਆਸਤ ਦੇ ਪੱਖੋਂ ਜਾਂ ਆਪਣੇ ਮੁਫਾਦਾਂ ਦੇ ਚੱਲਦਿਆਂ ਆਪਣੇ ਬਹੁਤ ਹੀ ਲਿਮਿਟਿਡ ਤੇ ਨੈਰੋ ਮਾਈਂਡ ਦੇ ਨਾਲ ਬਹੁਤ ਹੀ ਸੀਮਿਤ ਦਾਇਰੇ ਦੇ ਵਿੱਚ ਜਿਹੜੇ ਸਾਡੇ ਇਮੀਡੀਏਟ ਪੋਲੀਟੀਕਲ ਕੰਸਰਨ ਹੁੰਦੇ ਨੇ ਉਹਨਾਂ ਦੀ ਪੂਰਤੀ ਕਰਨ ਲਈ ਇਸ ਕਿਸਮ ਦੇ ਮਾਮਲਿਆਂ ਨੂੰ ਕਦੇ ਝੋਲੇ 'ਚੋਂ ਕੱਢ ਲੈਂਦੇ ਹਾਂ ਤੇ ਕਦੇ ਝੋਲੇ ਦੇ ਵਿੱਚ ਪਾਈ ਰੱਖਦੇ ਹਾਂ। ਤੇ ਚਰਨਜੀਤ ਸਿੰਘ ਚੰਨੀ ਵਰਗਿਆਂ ਦੇ ਖਿਲਾਫ ਜਿਸ ਕਿਸਮ ਦੇ ਦੂਸ਼ਣ ਇੰਨੇ ਸਾਲ ਤੱਕ ਠੰਡੇ ਬਸਤੇ 'ਚ ਪਏ ਸਨ ਤਾਂ ਉਹਨਾਂ ਨੂੰ ਇਸ ਮੌਕੇ ਤੇ ਕੱਢਣ ਦੇ ਸਿਆਸੀ ਮਨੋਰਥ ਤਾਂ ਸਾਨੂੰ ਸਭ ਨੂੰ ਨਜ਼ਰ ਆ ਰਹੇ ਨੇ, ਲੇਕਿਨ ਉਸ ਮਹਿਲਾ IAS ਜਾਂ ਉਸ ਮਹਿਲਾ ਅਧਿਕਾਰੀ ਜਾਂ ਉਸ ਦੇ ਪਤੀ ਜੋ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਸੀਨੀਅਰ ਅਧਿਕਾਰੀ ਦੱਸੇ ਜਾਂਦੇ ਨੇ, ਉਹਨਾਂ ਲਈ ਵੀ ਲਗਭਗ ਕਮੋਬੇਸ਼ ਉਹੋ ਜਿਹੀ ਸਥਿਤੀ ਰਹੀ ਹੋ ਸਕਦੀ ਹੈ ਜੋ ਕਿ ਰੂਪਨ ਦਿਓਲ ਬਜਾਜ ਦੇ ਨਾਲ ਹੋਇਆ। ਲੇਕਿਨ ਹੋ ਸਕਦਾ ਇਹ ਮਾਮਲਾ ਐਡਾ ਗੰਭੀਰ ਨਾ ਹੋਵੇ, ਅਸੀਂ ਇਸ ਦੀ ਮੈਰਿਜ ਦੇ ਉੱਤੇ ਤਦ ਤੱਕ ਨਹੀਂ ਜਾ ਸਕਦੇ ਜਦ ਤੱਕ ਪੂਰੀਆਂ ਗੱਲਾਂ ਬਾਤਾਂ ਖੁੱਲ੍ਹ ਕੇ ਡੋਮੇਨ ਦੇ ਵਿੱਚ ਜਾਂ ਪਬਲਿਕ ਜਨਤਕ ਪੱਧਰ ਤੇ ਨਹੀਂ ਆਉਂਦੀਆਂ। ਲੇਕਿਨ ਰੂਪਨ ਦਿਓਲ ਬਜਾਜ ਦੀ ਇਸ ਸੰਘਰਸ਼ ਦੀ ਕਹਾਣੀ ਤੋਂ ਬਹੁਤ ਕੁਝ ਸਮਝਣ ਤੇ ਸਿੱਖਣ ਨੂੰ ਮਿਲਦਾ ਹੈ, ਲੇਕਿਨ ਇਹ ਵੀ ਸਮਝਣ ਦੀ ਲੋੜ ਹੈ ਇਸ ਕਿਸਮ ਦੀ ਮੀਟੂ ਜਾਂ ਇਸ ਦੇ ਨਾਲ ਮਹਿਲਾਵਾਂ ਦੇ ਸੰਘਰਸ਼ ਦੀ ਕਿਸੇ ਵੀ ਲੜਾਈ ਦੇ ਵਿੱਚ ਨਜਾਇਜ਼ ਤੌਰ ਤੇ ਕਿਸੇ ਨੂੰ ਤੰਗ ਨਾ ਕੀਤਾ ਜਾਵੇ ਤੇ ਨਜਾਇਜ਼ ਤੌਰ ਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਮਾਮਲਿਆਂ ਨੂੰ ਠੰਡੇ ਬਸਤਿਆਂ 'ਚੋਂ ਕੱਢਿਆ ਨਾ ਜਾਵੇ ਤੇ ਫਿਰ ਵਾਪਸ ਉਹਨਾਂ ਨੂੰ ਠੰਡੇ ਬਸਤਿਆਂ 'ਚ ਪਾਇਆ ਨਾ ਜਾਵੇ। ਇਸੀ ਆਸ ਤੇ ਉਮੀਦ ਨਾਲ ਇਸ ਵੀਡੀਓ ਨੂੰ ਵੀ ਵਿਰਾਮ ਦਿੰਦਾ ਹੈ। ਉਮੀਦ ਕਰਾਂਗੇ ਇਸ ਇਤਿਹਾਸਿਕ ਘਟਨਾ ਜਾਂ ਉਸ ਕੇਸ ਦੇ ਬਾਰੇ ਜਿਹੜੀ ਜਾਣਕਾਰੀ ਤੁਹਾਨੂੰ ਦਿਲਚਸਪ ਲੱਗੀ ਹੋਏਗੀ। ਸਾਡੇ ਹੋਰ ਵੀਡੀਓਜ਼ ਲਈ ਜੁੜੇ ਰਹੋ ਮੇਰੇ ਨਾਲ, ਰਿਤੇਸ਼ ਲੱਖੀ ਅਨਪਲੱਗ ਦੇ ਨਾਲ।